ਜੇ ਕੱਲ ਨੂੰ ਪੀਐਮ ਸਾਹਿਬ ਰੈਲੀ ਕਰਨ, ਮੋਦੀ ਸਾਹਿਬ ਪੰਜਾਬ ਦੇ ਵਿੱਚ ਆ ਕੇ ਰੈਲੀ ਹੋਣ ਦੋਗੇ? ਇਹ ਤਾਂ ਮੇਰਾ ਓਪਨ ਚੈਲੰਜ ਹੈ ਵੀ ਮੋਦੀ ਜੀ 'ਚ ਹਿੰਮਤ ਹੈ ਇੱਕ ਰੈਲੀ ਕਰਕੇ ਦਿਖਾਉਣ ਸਾਨੂੰ ਪੰਜਾਬ 'ਚ, ਤੇ ਜੇ ਉਹ ਇੱਥੇ ਰੈਲੀ ਕਰ ਗਏ ਮੈਂ ਤਾਂ ਘੱਟੋ ਘੱਟ ਵਿਡਰਾ ਕਰ ਲੂੰਗਾ ਵੀ ਮੈਂ ਫੇਲ ਹੋ ਗਿਆ। ਔਰ ਮੈਨੂੰ ਇੰਨਾ ਭਰੋਸਾ ਹੈ ਪੰਜਾਬ ਦੇ ਲੋਕਾਂ ਦੇ, ਇਹਨਾਂ ਦੀ ਹਿੰਮਤ ਨਹੀਂ, ਇਹਦੇ ਨੂੰ ਜ਼ਰੂਰਤ ਵੀ ਨਹੀਂ ਕਰ ਸਕਦੇ ਪੰਜਾਬ 'ਚ ਰੈਲੀ ਕਰਨ। ਉਹਦੇ ਵਿੱਚ ਮੈਂ ਇੱਕ ਸੈਂਟੈਂਸ ਬੋਲਿਆ ਸੀ, ਸਾਡਾ ਅਖਾਣ ਸੀ ਪੁਰਾਣਾ, ਬੋਲ ਸੋਹਣਿਆ ਪਤਾ ਲੱਗੇ ਤੂੰ ਅੰਦਰੋਂ ਕਿੰਨਾ ਕੁ ਸੋਹਣਾ ਹੈ। ਜਿੰਨੀ ਦੇਰ ਬੰਦਾ ਬੋਲਦਾ ਨਹੀਂ ਪਤਾ ਨਹੀਂ ਉਹਦੇ ਅੰਦਰ ਕੀ ਹੈ। ਤੇ ਜਿਹੜਾ ਜਦੋਂ ਇਹਨਾਂ ਨੇ ਸਾਨੂੰ ਮਵਾਲੀ ਕਿਹਾ, ਇਹਦਾ ਮਤਲਬ ਉਹਦੀ ਜ਼ਹਿਰ ਜਿਹੜੀ ਅੰਦਰ ਉਹਦੇ ਸੀ ਉਹ ਬਾਹਰ ਆ ਗਈ। ਉਹ ਐਵੇਂ ਨਹੀਂ ਉਹ ਬੀਬੀ ਨੇ ਮਵਾਲੀ ਕਿਹਾ ਸਾਨੂੰ, ਉਹ ਪਾਰਟੀ ਦੇ ਸਾਰੇ ਸਾਨੂੰ ਗਾਲਾਂ ਕੱਢਦੇ ਨੇ ਭਾਜਪਾ ਵਾਲੇ, ਕਿਸਾਨ ਨੂੰ ਕਿਸਾਨ ਕਹਿ ਕੇ ਵੀ ਰਾਜੀ ਨਹੀਂ। ਪਤਾ ਉਹਨਾਂ ਨੂੰ ਸਾਰੇ ਕਿਸਾਨ ਨੇ, ਕਦੀ ਕੁਝ ਸ਼ਬਦ ਬੋਲਦੇ ਨੇ, ਕਦੇ ਕੁਝ। ਇਹ ਸਾਡੇ ਦਿਲ ਤੇ ਉਕਰੀ ਜਾ ਰਿਹਾ ਹੈ। ਇਹਦਾ ਵਿਰੋਧ ਹੈ ਜਿਹੜਾ ਜਿਹਦੇ ਕਰਕੇ ਪੋਲੀਟੀਕਲ ਪਾਰਟੀਆਂ ਦੇ ਅੱਜ ਪੈਰ ਨਹੀਂ ਲੱਗ ਰਹੇ। ਲੋਕੀ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਲੋਕੀ ਚਿਹਰਾ ਦੇਖਣ ਨੂੰ ਵੀ ਤਿਆਰ ਨਹੀਂ, ਇੰਨੇ ਦੁਖੀ ਨੇ ਇਹਨਾਂ ਤੋਂ। ਇਹਨਾਂ ਨੂੰ ਕੋਈ ਉੱਪਰਲੇ ਬਚਾਵੇ ਤੱਕ ਬਚ ਜਾਣ, ਅਦਰਵਾਈਜ਼ ਲੋਕਾਂ ਦੇ ਮਨਾਂ ਚੋਂ ਇਹ ਨਿਕਲ ਗਏ। ਤੁਹਾਡੀ ਕਿਸੇ ਬੀਜੇਪੀ ਲੀਡਰ ਨਾਲ ਗੱਲਬਾਤ ਹੁੰਦੀ ਹੋਵੇ ਵੀ ਹੁਣ ਅਸੀਂ ਬਿੱਲ ਤਾਂ ਲੈ ਆਏ ਆ, ਫਸ ਗਏ, ਕੋਈ ਫੋਨ ਕਾਲ ਆਉਂਦੀ ਹੈ ਬੀਜੇਪੀ ਵਾਲੇ ਪਾਸੇ? कोई ऐसा रास्ता बताओ हमारी इज्जत बच जाए, आपका काम बन जाए। ਇਹਦੇ ਮਤਲਬ ਇਹ ਹੈ ਵੀ ਉਹ ਸਮਝਦੇ ਨੇ ਵੀ ਅਸੀਂ ਗਲਤ ਕਾਨੂੰਨ ਬਣਾ ਲਏ। ਇਹ ਮੰਨਦੇ ਨੇ, ਐਡਮਿਟ ਕਰਦੇ ਨੇ। ਜਦੋਂ ਆਮਣੇ ਸਾਹਮਣੇ ਬਹਿਨੇ ਆ ਉਹ ਬੜਾ ਕੁਝ ਐਡਮਿਟ ਕਰਦੇ ਨੇ। ਉਹਨਾਂ ਨੇ ਮੰਨ ਲਿਆ ਹੋਇਆ ਵੀ ਹਾਂ ਸਾਤੇ ਗਲਤੀ ਹੋ ਗਈ, ਪਰ ਇਹਦੇ ਚੋਂ ਨਿਕਲੀਏ ਕਿਵੇਂ? ਨਿਕਲਣ ਵਾਸਤੇ ਹਉਮੈ, ਜਿਹੜੀ ਈਗੋ ਜਾਂ ਰਾਜ ਹੱਟ, ਲੋਕਾਂ ਨੇ ਤਾਕਤ ਦਿੱਤੀ ਵੋਟਾਂ ਨਾਲ, ਉਹ ਤਾਕਤ ਦੇ ਨਾਲ ਸਰਕਾਰੀ ਮਸ਼ੀਨਰੀ ਨੂੰ ਵਰਤਦੇ ਨੇ। ਹੁਣ ਇਹ ਲੋਕਾਂ ਦੇ ਖਿਲਾਫ ਹੀ ਮਸ਼ੀਨਰੀ ਵਰਤ ਰਹੇ ਨੇ। ਇਹਦਾ ਲੋਕਾਂ 'ਚ ਗੁੱਸਾ ਹੈ। ਉਹ 6-6 ਘੰਟੇ ਮੀਟਿੰਗ ਚੱਲੀ ਜਾਂਦੀ ਹੈ, ਕਦੇ ਰੌਲਾ ਵੀ ਪੈਂਦਾ ਹੈ, ਫਿਰ ਠੀਕ ਹੋ ਜਾਂਦਾ ਹੈ, ਫਿਰ ਰੌਲਾ ਪੈਂਦਾ ਹੈ। ਬਾਹਰ ਮੀਡੀਆ ਖੜਾ ਸੋਚਦਾ ਵੀ ਪਤਾ ਨਹੀਂ ਅੱਜ ਤਾਂ ਡਾਂਗ ਖੜਕ ਗਈ ਵੀ ਹੁਣ ਤਾਂ ਇਹ ਟੁੱਟ ਗਏ ਤਾਂ ਭੱਜ ਗਏ। ਪਰ ਬੜਾ ਸਪਸ਼ਟ ਕਰਦੇ ਮੈਂ, ਬਹੁਤ ਆਨੰਦ ਆਉਂਦਾ ਉਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ। ਔਰ ਜਦੋਂ ਫੈਸਲਾ ਕਰਦੇ ਉਹਦੇ ਬਾਅਦ ਸਾਰੇ ਜੱਫੀ ਪਾ ਕੇ ਨਿਕਲਦੇ ਨੇ। ਲੋਕਾਂ 'ਚ ਅਵੇਅਰਨੈਸ ਇੰਨੀ ਹੈ, ਲੀਡਰਸ਼ਿਪ ਦੇ ਦਿਮਾਗ ਤੇ ਹਰ ਵੇਲੇ ਇਹ ਗੱਲ ਰਹਿੰਦੀ ਹੈ ਵੀ ਜੇ ਮੈਂ ਥੋੜੀ ਜਿਹੀ ਵੀ ਇੱਧਰ ਉੱਧਰ ਮੋਰਚੇ ਨੂੰ ਧੋਖਾ ਦੇਣ ਦੀ ਗੱਲ ਕੀਤੀ ਤਾਂ ਲੋਕਾਂ ਨੇ ਬਖਸ਼ਣਾ ਨਹੀਂ। ਲੋਕਾਂ ਦਾ ਦਬਾਅ ਇੰਨਾ ਜ਼ਿਆਦਾ ਹੈ ਲੀਡਰਸ਼ਿਪ ਦੇ ਉੱਤੇ, ਔਰ ਲੋਕਾਂ ਦਾ ਹੀ ਦਬਾਅ ਸਰਕਾਰ ਦੇ ਉੱਤੇ ਵੀ ਕੋਈ ਇਹੋ ਜਿਹੀ ਗਲਤ ਹਰਕਤ ਕਰ ਨਹੀਂ ਸਕਦਾ, ਜਿਹੜਾ ਕਰੂ ਉਹ ਮਰ ਜੂ। ਪਰ ਇੱਕ ਗੱਲ ਤੇ ਸਾਡਾ ਫੈਸਲਾ ਤੈਅ ਹੈ ਗੱਲ ਵੀ ਅੱਜ ਸਾਡਾ ਨਿਸ਼ਾਨਾ ਜਿਹੜਾ ਇਹ ਮੋਰਚਾ ਹੈ। ਮੋਰਚੇ ਦੀਆਂ ਜਿੱਦਣ ਮੰਗਾਂ ਮੰਨੀਆਂ ਗਈਆਂ ਉਹ ਤੋਂ ਬਾਅਦ ਅਸੀਂ ਬੈਠਾਂਗੇ, ਕੋਈ ਵੀ ਫੈਸਲਾ ਹੋ ਸਕਦਾ ਫਿਰ, ਪਰ ਅੱਜ ਨਹੀਂ। ਅੱਜ ਸਾਰਿਆਂ ਨੇ ਕਿਹਾ ਵੀ ਅੱਜ ਸਾਡਾ ਮੱਛੀ ਦੀ ਅੱਖ ਵਾਂਗ ਸਾਡੀਆਂ ਮੰਗਾਂ ਸਾਡਾ ਨਿਸ਼ਾਨਾ ਹੈ। ਜੇ ਕੋਈ ਇਕੱਲਾ ਤੋਂ ਇਕੱਲਾ ਤੁਰਿਆ ਫਿਰਦਾ ਹੈ, ਉਹ ਤੁਰਿਆ ਫਿਰੇ, ਉਹਨੂੰ ਪਸੰਦ ਵੀ ਕੋਈ ਨਹੀਂ ਕਰਦਾ। ਫਿਰ ਇੱਕੋ ਲੋਕ ਨੇ ਜਿਹੜੇ ਜਦੋਂ ਅੰਦੋਲਨ ਇੱਥੇ ਆ ਗਿਆ ਉਦੋਂ ਮੀਡੀਆ ਦੇ ਸਹਾਰੇ ਜਾਂ ਕੁਝ ਹੋਰ ਉਹਨਾਂ ਦੀਆਂ ਜਿਹੜੀਆਂ ਫੋਰਸਿਸ ਸਪੋਰਟ ਕਰਨ ਵਾਲੀਆਂ ਸੀ, ਉਹਨਾਂ ਦੇ ਸਹਾਰੇ ਸਾਡੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕੀਤੀ। ਸਾਨੂੰ ਡਰਾਇਆ ਵੀ ਯੂਥ ਸਾਡੇ ਨਾਲ ਹੈ, ਯੂਥ ਸਾਡੇ ਨਾਲ ਸੀ, ਸਾਡੇ ਵਾਲੇ ਨੂੰ ਤਾਂ ਯੂਥ ਗਿਣਦੇ ਹੀ ਨਹੀਂ ਸੀ। ਉਹ ਇੰਨਾ ਪ੍ਰਚਾਰ ਕੀਤਾ, ਉਹਨਾਂ ਕੋਲ ਪੈਸਾ ਬੜਾ, ਪੈਸੇ ਨਾਲ ਉਹ ਸਾਰਾ ਕੁਝ ਕਰਦੇ ਨੇ। ਹੁਣ ਜੇ ਉਹ ਲੋਕ ਕਹਿੰਦੇ ਨੇ, ਇੱਕ ਵਾਰੀ ਵਿਸ਼ਵਾਸ ਗਵਾ ਚੁੱਕੇ ਲੋਕ ਨੇ, ਔਰ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਿਹੜੀ ਫੋਰਸ ਕਿਸ ਪਾਸਿਓਂ ਆ ਰਹੀ ਹੈ। ਇਹ ਵੀ ਅਸੀਂ ਸਮਝਦੇ ਹਾਂ, ਸਾਨੂੰ ਉਹਦੀ ਨਾਂ ਲੈਣ ਦੀ ਲੋੜ ਜ਼ਰੂਰਤ ਨਹੀਂ, ਪਰ ਮੈਂ ਚੰਗੀ ਤਰ੍ਹਾਂ, ਮੇਰੇ ਸਾਥੀ ਚੰਗੀ ਤਰ੍ਹਾਂ ਸਮਝਦੇ ਨੇ ਵੀ ਕਿਹੜੀ ਫੋਰਸ ਨੂੰ ਕੌਣ ਸਪੋਰਟ ਕਰ ਰਿਹਾ ਹੈ, ਕਿਹੜੀ ਫੋਰਸ ਕਾਹਦੇ ਵਾਸਤੇ ਸਾਡੇ ਵਿੱਚ ਐਂਟਰ ਕਰਨਾ ਚਾਹੁੰਦੀ ਹੈ, ਕਿਹੜੀ ਫੋਰਸ ਕਿਉਂ ਮੋਰਚੇ ਨੂੰ ਢਾਹ ਲਾਉਣ ਵਾਸਤੇ ਤਰਲੋ ਮੱਛੀ ਹੁੰਦੀ ਹੈ। ਸਾਡੇ ਨਾਲ ਨਾ ਯੂਥ ਕਦੇ ਪਿੱਛੇ ਹੋਇਆ, ਨਾ ਅੱਜ ਪਿੱਛੇ ਹੈ, ਨਾ ਅੱਗੇ ਹੋਏਗਾ। ਔਰ ਯੂਥ ਨੂੰ ਅਸੀਂ ਸਮਝਦੇ ਸਾਡੇ ਬੱਚੇ ਨੇ, ਸਾਨੂੰ ਕੋਈ ਬਾਹਰੋਂ ਆ ਕੇ ਕਿਉਂ ਸਮਝਾਊਗਾ ਜੀ ਆਪਣੇ ਬੱਚਿਆਂ ਨਾਲ ਕਿਵੇਂ ਡੀਲ ਕਰਨਾ? ਸਾਨੂੰ ਆਉਂਦਾ ਹੈ। ਸਾਡੇ ਬੱਚਿਆਂ ਨੂੰ ਕਿਹੜਾ ਥਾਂ ਦੇਣਾ ਹੈ ਸਾਨੂੰ ਆਉਂਦਾ ਹੈ। ਅਸੀਂ ਐਵੇਂ ਨਹੀਂ, ਜਿਹੜੀ ਦਾੜੀ ਚਿੱਟੀ ਐਵੇਂ ਨਹੀਂ ਹੋਈ, ਧੁੱਪ ਨਾਲ ਨਹੀਂ ਚਿੱਟੀ ਹੋਈ। ਲੱਗਦਾ ਵੀ ਸਿਆਸੀ ਪੱਖੋਂ ਹੋ ਜਾਂਦੇ ਹੋ ਤਾਂ ਕੋਈ ਹੱਲ ਨਿਕਲ ਜੂਗਾ। ਕਈ ਤਾਂ ਕਹਿੰਦੇ ਨੇ ਵੀ ਜਦ ਤੱਕ ਮੇਨ ਸਟ੍ਰੀਮ ਪੋਲਿਟਿਕਸ ਵਿੱਚ ਨਹੀਂ ਆਉਂਗੇ ਇਸ ਚੀਜ਼ ਦਾ ਕੋਈ ਹੱਲ ਨਹੀਂ ਨਿਕਲੇ, ਨਾ ਕੋਈ ਹੱਲ ਹੈਗਾ। ਇਹ ਤਾਂ ਬਿੱਲ ਬੰਦੇ ਰਹਿਣਗੇ, ਇਹ ਤਾਂ ਬਣਾਉਣੇ ਦਾ ਰਾਜਨੀਤੀ ਸਿਆਸੀ ਪਾਰਟੀਆਂ ਨੇ। ਇਹ ਬਿੱਲ ਜਿਹੜੇ ਨੇ ਪਾਰਲੀਮੈਂਟ ਦੇ ਪਾਸ ਕੀਤੇ ਹੋਏ ਨੇ, ਪਾਰਲੀਮੈਂਟ ਹੀ ਇਹਨਾਂ ਨੂੰ ਵਾਪਸ ਲਏਗੀ। ਜੇ ਤੁਸੀਂ ਪੋਲਿਟਿਕਸ 'ਚ ਆ ਕੇ ਸਟੇਟਸ ਦੇ ਵਿੱਚ, ਹੁਣ ਸਟੇਟਾਂ ਦੀਆਂ ਇਲੈਕਸ਼ਨਸ ਹੋਣੀਆਂ, ਉੱਥੋਂ ਤੁਸੀਂ ਕੀ ਕਰ ਸਕਦੇ ਹੋ? ਬਹੁਤਾ ਕੁਝ ਨਹੀਂ ਕਰ ਸਕਦੇ। ਉਹਦੇ ਲਈ ਤਾਂ ਫਿਰ 2024 ਤੱਕ ਤਿਆਰੀ ਕਰਨੀ ਪਏਗੀ। 2024 ਜਾ ਕੇ ਪਾਰਲੀਮੈਂਟ ਇਲੈਕਸ਼ਨ ਹੈ, ਫਿਰ ਪਾਰਲੀਮੈਂਟ ਦੇ ਵਿੱਚੋਂ ਹੀ ਤੁਸੀਂ ਇਹਨਾਂ ਨੂੰ ਬਿੱਲਾਂ ਨੂੰ ਵਾਪਸ ਲੈ ਸਕੋਗੇ। ਰਾਜਨੀਤੀ ਵਾਲੇ ਪਾਸੇ ਤੁਰ ਕੇ ਅਸੀਂ ਆਪਣਾ ਜਿਹੜਾ ਫੋਕਸ ਹੈ ਉਹ ਆਪਣੇ ਹੱਥ ਚੋਂ ਕੱਢ ਦਿਆਂਗੇ, ਉਹ ਫਿਰ ਮੋਰਚਾ ਵੀ ਲੂਜ਼ ਕਰ ਜਾਵਾਂਗੇ ਤੇ ਐਡਾ ਵੱਡਾ ਅੰਦੋਲਨ ਮੁੜ ਕੇ
150 ਸਾਲ ਬਾਅਦ ਭਾਵੇਂ ਕਿਤੇ ਹੋ ਜਾਵੇ, ਨਹੀਂ ਦੁਬਾਰਾ ਅੰਦੋਲਨ ਵੀ ਨਹੀਂ ਹੋਣਾ। ਆਗੂਆਂ ਦੀ ਗੱਲ ਕਰੀਏ, ਚੁਟਨੀ ਸਾਹਿਬ ਵੀ ਉਹ ਵੀ ਕਿਤੇ ਨਾ ਕਿਤੇ ਰੈਲੀਆਂ ਕਰਨ ਲੱਗ ਪਏ ਸੀ ਜਾਂ ਲੋਕਾਂ ਨੂੰ ਨਾਲ ਲੈ ਕੇ ਜਾਣ ਲੱਗ ਪਏ ਸੀ, ਫਿਰ ਉਹਨਾਂ ਨੂੰ ਕਿੱਦਾਂ ਦੇਖਦੇ? ਉਹਦਾ ਪੋਲਿਟਿਕਸ ਵਿੱਚ ਹਾਂ ਕਰਕੇ ਫਿਰ ਨਾ ਕੀਤੀ, ਉਹਨਾਂ ਨੇ ਸਟੇਟਮੈਂਟ ਵੀ ਅਲੱਗ-ਅਲੱਗ ਤਰੀਕੇ ਨਾਲ ਆ ਗਈ ਸੀ। ਅੱਜ ਦੀ ਡੇਟ ਵਿੱਚ ਕੋਈ ਵੀ ਜੇ ਮੋਰਚੇ ਦੇ ਵਿੱਚੋਂ ਨਿਕਲੂਗਾ ਲੀਡਰ ਤਾਂ ਆਪਣਾ ਹੀ ਨੁਕਸਾਨ ਕਰੂਗਾ ਤੇ ਲੋਕਾਂ ਨੇ ਉਹਨੂੰ ਬਖਸ਼ਣਾ ਨਹੀਂ। ਇਸ ਕਰਕੇ ਕੋਈ ਇੱਥੋਂ ਖਿਸਕਣ ਦੀ ਕਿਸੇ ਦੀ ਕੋਈ ਕਿਸੇ ਤਰ੍ਹਾਂ ਦੀ ਇਦਾਂ ਦਾ ਮਾਹੌਲ ਬਣ ਗਿਆ, ਸੁਭਾਅ ਨਹੀਂ ਹੈ। ਜੇ ਬਿੱਲ ਪਾਰਲੀਮੈਂਟ ਤੋਂ ਆਏ ਨੇ ਤੇ ਕਦੇ ਕਿਸਾਨ ਆਗੂ ਕਿਉਂ ਨਹੀਂ ਪਾਰਲੀਮੈਂਟ ਦਾ ਦੁੱਖ ਕਰਦੇ? ਉਹ ਕਿਉਂ ਨਹੀਂ ਪੋਲਿਟਿਕਸ ਵਿੱਚ ਆ ਕੇ ਇਸ ਨੂੰ ਠੱਲ ਪਾ ਲੈਂਦੇ ਵੀ ਠੀਕ ਹੈ ਜੇ ਬਿੱਲ ਹੀ ਉੱਥੋਂ ਆਣੇ ਨੇ ਤੇ ਅਸੀਂ ਜਾ ਕੇ ਆਪਣੀ ਜਗ੍ਹਾ ਉੱਥੇ ਲੈ ਲੈਂਦੇ ਆ, ਅਸੀਂ ਕਿਸਾਨ ਸਾਡੇ ਨਾਲ ਆ, ਮੋਰਚਾ ਸਾਡੇ ਨਾਲ ਆ। ਔਰ ਇਸੇ ਤਰ੍ਹਾਂ ਕੁਝ ਵੀ ਹੋ ਸਕਦਾ ਇਸ ਦੇਸ਼ ਵਿੱਚ, ਲੋਕਾਂ ਦੇ ਹੱਥ 'ਚ ਹੈ। 2 ਸਾਲ ਰਹਿੰਦੇ ਨੇ, 2 ਸਾਲ ਵਿੱਚ ਕੀ ਮਾਹੌਲ ਬਣਦਾ ਅੱਜ ਕੋਈ ਕਹਿ ਨਹੀਂ ਸਕਦਾ। ਇਹ ਭਵਿੱਖ ਦੇ ਗਰਭ 'ਚ ਹੈ। ਬੰਗਾਲ ਦੇ ਵਿੱਚ ਜਾ ਕੇ ਇੱਕ ਨਾਅਰਾ ਦਿੱਤਾ ਕਿ ਬੀਜੇਪੀ ਨੂੰ ਵੋਟ ਨਾ ਪਾਓ, ਤੇ ਪੰਜਾਬ ਵਿੱਚ ਚੋਣਾਂ ਨੇ, ਯੂਪੀ ਵਿੱਚ ਚੋਣਾਂ ਨੇ, ਹੁਣ ਤੁਹਾਡਾ ਕੀ ਨਾਅਰਾ? ਵੀ ਯੂਪੀ ਰਾਹੀਂ ਹੋ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਾਹ ਜਾਂਦਾ ਹੈ ਤੇ ਅਸੀਂ ਕਿਹਾ ਵੀ ਚਲੋ ਪਹਿਲਾਂ ਮੌਕਾ ਮਿਲ ਗਿਆ ਤੇ ਯੂਪੀ ਔਰ ਉੱਤਰਾਖੰਡ ਨੂੰ ਅਸੀਂ ਟਾਰਗੇਟ ਕਰੀਏ, ਔਰ ਉਹਦੇ ਲਈ ਅਸੀਂ ਮਿਸ਼ਨ ਯੂਪੀ ਔਰ ਉੱਤਰਾਖੰਡ ਸ਼ੁਰੂ ਕੀਤਾ ਹੈ। ਹਰ ਡਿਵੀਜ਼ਨ ਪੱਧਰ ਤੇ ਵੱਡੀ ਰੈਲੀ ਕਰਾਂਗੇ, ਉੱਤਰਾਖੰਡ 'ਚ ਵੀ ਤੇ ਯੂਪੀ 'ਚ ਵੀ। 85 ਸੀਟਾਂ ਨੇ ਤੇ 85 ਸੀਟਾਂ ਜੇ ਹਿੱਲ ਗਈਆਂ ਤਾਂ ਮੋਦੀ ਦੀ ਕੁਰਸੀ ਹਿੱਲ ਜਾਏਗੀ। ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਹੈ ਫਿਰ ਹੋਊਗਾ ਵੀ ਮੋਦੀ ਨੂੰ ਗੱਦੀਓਂ ਲਾਹੋ, ਬਾਕੀ ਦਾ ਕੰਮ ਬਾਅਦ 'ਚ ਦੇਖਾਂਗੇ। ਪੰਜਾਬ ਵਾਸਤੇ ਵੀ ਸੋਚਿਆ ਕੀ ਕਰਦੇ? ਪੰਜਾਬ ਵਾਸਤੇ ਹਾਲੇ ਨਹੀਂ ਸੋਚਿਆ, ਹਾਲੇ ਤਾਂ ਫਿਰ ਕਿਉਂਕਿ ਪੰਜਾਬ 'ਚ ਇਹਨਾਂ ਦਾ ਕੱਖ ਨਹੀਂ, ਭਾਜਪਾ ਦਾ ਕੱਖ ਨਹੀਂ ਹੈ। ਭਾਜਪਾ ਨੂੰ ਪੰਜਾਬ ਦੀ ਕੋਈ ਤਕਲੀਫ ਨਹੀਂ ਹੈ, ਤਕਲੀਫ ਉਹਨਾਂ ਨੂੰ ਯੂਪੀ ਦੀ ਔਰ ਉੱਤਰਾਖੰਡ ਦੀ ਹੈ। ਫਿਰ ਜਿੱਥੋਂ ਕੋਈ ਦੁੱਖ ਮੰਨੇ ਉੱਥੇ ਚੁੰਡੀ ਭਰੀ ਜਾਂਦੀ ਹੈ। ਫਿਰ ਕਿਸਾਨੀ ਮੋਰਚੇ ਨੂੰ 8 ਮਹੀਨੇ ਹੋ ਗਏ ਨੇ ਲੱਗੇ ਨੂੰ, ਉਸ ਤੋਂ ਬਾਅਦ ਲਗਾਤਾਰ ਹੀ ਮੋਰਚਾ ਹਰ ਮਹੀਨੇ ਕੋਈ ਨਾ ਕੋਈ ਐਕਟੀਵਿਟੀ ਕਰਦਾ। 200 ਕਿਸਾਨ ਜੋ ਸੰਸਦ ਬਣ ਕੇ ਜਾਂਦੇ ਸਨ, ਨਾਲ ਹੀ ਭਾਰਤ ਦੀ ਪਾਰਲੀਮੈਂਟ ਦੇ ਬੈਠਦੇ ਸਨ, ਗੱਲ ਰੱਖਦੇ ਸਨ ਤੇ ਵਿਪ ਵੀ ਜਾਰੀ ਕੀਤਾ ਹੋਇਆ ਸੀ। ਕਿ ਸਵਾਲ ਵੀ ਉੱਠਦੇ ਨੇ ਕਈ ਕਿ ਇਸ ਨਾਲ ਫਾਇਦਾ ਕੀ ਹੋਇਆ, ਤੇ ਦੂਸਰੇ ਪਾਸੇ ਕੀ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ? ਕਿਹਾ ਇਹ ਵੀ ਜਾਂਦਾ ਰਿਹਾ ਕਿ ਕਿਸਾਨੀ ਮੋਰਚੇ ਜੇ ਲੰਬਾ ਹੋ ਜਾਂਦਾ ਉਸ ਵਿੱਚੋਂ ਨਿਕਲੇਗਾ ਕਿ ਵਿਪ ਦੇ ਨਾਲ ਵਾਕਈ ਹੀ ਸਰਕਾਰ ਵਿੱਚ ਕੋਈ ਸੰਦੇਸ਼ ਗਿਆ, ਕੋਈ ਮੈਸੇਜ ਗਿਆ, ਔਰ ਕਿਸਾਨੀ ਮੋਰਚੇ ਦਾ ਹੱਲ ਕੀ ਹੋਊਗਾ? ਕਈ ਕਹਿੰਦੇ ਨੇ ਕਿ ਸਿਆਸੀ ਪਾਰਟੀ ਵਜੋਂ ਆਉਣਾ ਚਾਹੀਦਾ, ਔਰ ਕੋਈ ਕਹਿੰਦੇ ਨੇ ਕਿ ਸਿਆਸੀ ਪੱਖੋਂ ਇਹਨਾਂ ਨੂੰ ਸੋਚਣਾ ਚਾਹੀਦਾ। ਔਰ ਇੱਥੋਂ ਤੱਕ ਵੀ ਜ਼ਿਕਰ ਹੋ ਜਾਂਦਾ ਕਿ ਜੇ ਮੇਨ ਪੋਲਿਟਿਕਸ ਵਿੱਚ ਜਾਣਗੇ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿੱਲ ਨਾ ਬਣਨ। ਕਿ ਵਾਕਈ ਜੇ ਕਿਸਾਨੀ ਮੋਰਚਾ ਸਿਆਸਤ ਹੋ ਜਾਂਦਾ ਜਾਂ ਸਿਆਸੀ ਪੱਖੀ ਕੋਈ ਚੀਜ਼ ਸੋਚਦਾ ਤਾਂ ਫਿਰ ਕਿਸਾਨੀ ਉੱਤੇ ਬਿੱਲ ਨਹੀਂ ਬਣਨਗੇ। ਔਰ ਦੂਸਰੇ ਪਾਸੇ ਵਿਪ ਦਾ ਕਿੰਨਾ ਕੁ ਅਸਰ ਹੋਇਆ ਹੈ, ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਰਾਜੇਵਾਲ ਜੀ, ਉਹਨਾਂ ਕੋਲ ਜਾਣਾਂਗੇ ਕਿ ਵਿਪ ਨੂੰ ਲੈ ਕੇ ਉਹ ਕੀ ਸਮਝਦੇ ਨੇ, ਕਿੰਨਾ ਕੁ ਸਰਕਾਰ ਉੱਤੇ ਇਸ ਚੀਜ਼ ਦਾ ਪ੍ਰਭਾਵ ਪਿਆ। ਰਾਜੇਵਾਲ ਸਾਹਿਬ, ਜਿਸ ਤਰੀਕੇ ਨਾਲ 8 ਮਹੀਨੇ ਹੋ ਗਏ ਮੋਰਚਾ ਲੱਗੇ ਹੋਏ ਨੂੰ, ਸਵਾਲ ਕਰਨ ਵਾਲੇ ਹੁਣ ਵੀ ਸਵਾਲ ਕਰ ਦਿੰਦੇ ਨੇ ਕਿ ਇਸ ਦਾ ਅਸਰ ਕੀ ਹੋਇਆ? ਤੁਸੀਂ ਵਿਪ ਲਈ ਸਟੇਜ ਤੋਂ ਵੀ ਕਿਹਾ, ਚਾਹੇ ਕੋਈ ਵੀ ਉੱਥੇ ਸਿਆਸੀ ਪਾਰਟੀ ਹੈਗੀ ਆ, MP ਹੈਗੇ ਨੇ, ਵੀ ਸੰਸਦ ਤਾਂ ਚੱਲਣ ਦੇਣੀ ਹੈ ਜੇ ਸਾਡਾ ਕੋਈ ਹੱਲ ਨਿਕਲਦਾ। ਪਹਿਲਾਂ ਤਾਂ ਮੇਰਾ ਸਵਾਲ ਹੈ ਕਿ ਵਾਕਈ ਕੋਈ ਵਿਪ ਦਾ ਅਸਰ ਹੋਇਆ? ਹਾਂ, ਬਿਲਕੁਲ ਬਹੁਤ ਅਸਰ ਹੋਇਆ। ਇਹ ਬੜਾ ਇਤਿਹਾਸਕ ਕਦਮ ਸਾਬਤ ਹੋਇਆ। ਸਰਕਾਰ ਦਾ 13 ਅਗਸਤ ਤੱਕ ਜਿਹੜਾ ਸੀ ਪਾਰਲੀਮੈਂਟ ਸੈਸ਼ਨ ਸੀ, ਅਖੀਰ ਤੱਕ, ਪਹਿਲੇ ਦਿਨ ਤੋਂ ਅਖੀਰ ਤੱਕ ਲਗਾਤਾਰ ਵਿਰੋਧੀ ਪਾਰਟੀਆਂ ਬਿੱਲ 'ਚ ਜਾ ਕੇ ਵਿਰੋਧ ਕਰਦੀਆਂ ਰਹੀਆਂ ਔਰ ਸਰਕਾਰ ਨੂੰ ਸੈਸ਼ਨ ਪਹਿਲਾਂ ਇਤਿਹਾਸਕ ਕਦਮ ਹੈ। ਅੱਜ ਤੱਕ ਇੱਕ ਦਿਨ ਵੀ ਪਾਰਲੀਮੈਂਟ ਨਹੀਂ ਚੱਲੀ। ਜਿਹੜਾ ਕੰਮ ਹੋਇਆ ਉਹ ਵੀ ਅਨਡੈਮੋਕ੍ਰੈਟਿਕ ਤਰੀਕੇ ਨਾਲ ਹੋਇਆ। ਸਹੀ ਅਰਥਾਂ ਵਿੱਚ ਜਿੱਦਾਂ ਬਹਿਸ ਹੋਣੀ ਚਾਹੀਦੀ ਹੈ, ਬਿੱਲ ਪੇਸ਼ ਹੋਣੇ ਚਾਹੀਦੇ ਹੈ, ਫਿਰ ਉਹ ਮੁੱਦੇ ਡਿਸਾਈਡ ਹੋਣੇ ਚਾਹੀਦੇ, ਇੱਦਾਂ ਇੱਕ ਵੀ ਬਿੱਲ ਪਾਸ ਨਹੀਂ ਹੋਇਆ। ਹੁਣ ਦੂਸਰੇ ਪਾਸੇ ਇਹ ਵੀ ਚਰਚਾ ਛਿੜ ਜਾਂਦੀ ਹੈ ਜੋ ਇਸ ਸਮੇਂ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਰਹਿੰਦਾ ਕਿ ਕਿਸਾਨੀ ਮੋਰਚੇ ਨੂੰ ਪੋਲਿਟਿਕਸ ਵਾਲੇ ਪਾਸੇ ਵੀ ਸੋਚਣਾ ਚਾਹੀਦਾ। ਪਰ ਤੁਸੀਂ ਹਰ ਚੀਜ਼ ਉੱਪਰ ਕਹਿ ਦਿੰਦੇ, ਤੁਹਾਡੀ ਸਟੇਟਮੈਂਟ ਵੀ ਆ ਜਾਂਦੀ ਵੀ ਨਹੀਂ, ਸਿਆਸੀ ਪੱਖੋਂ ਅਸੀਂ ਕੋਈ ਵੀ ਨਹੀਂ ਸੋਚਣਾ ਨਹੀਂ ਸੋਚਦੇ। ਦੂਸਰੇ ਪਾਸੇ ਕਈ ਆਗੂ ਵੀ ਸਿਆਸੀ ਪੱਖੋਂ ਸੋਚਦੇ ਨੇ ਕਿ ਹੱਲ ਹੋ ਜਾਊਗਾ ਜੇ ਕਿਸਾਨੀ ਮੋਰਚਾ ਅੱਜ ਸਿਆਸਤ ਵਾਲੇ ਪਾਸੇ ਜਾਂਦਾ ਹੈ, ਕਿ ਕਾਲੇ ਕਾਨੂੰਨਾਂ ਨੂੰ ਲੈ ਕੇ ਇਸ ਨਾਲ ਹੱਲ ਹੋ ਜਾਊਗਾ। ਦੇਖੋ, ਇਹ ਬਹੁਤ ਵੱਡੀ ਗੱਲ ਹੈ। ਹੁਣ ਇਹ ਨਿਰਾ ਕਾਲੇ ਕਾਨੂੰਨਾਂ ਤੱਕ ਗੱਲ ਨਹੀਂ ਰਹੀ। ਸਾਰੀ ਦੁਨੀਆ ਵਿੱਚ ਚਰਚਾ ਇਹ ਹੋਣ ਲੱਗ ਗਈ ਇਸ ਅੰਦੋਲਨ ਬਾਰੇ ਵੀ ਪਹਿਲੀ ਵਾਰੀ ਕਿਸੇ ਨੇ ਕਾਰਪੋਰੇਟ ਹਾਊਸਿਸ ਦੇ ਨਾਲ ਮੱਥਾ ਲਾਇਆ।
ਇਹ ਕਾਰਪੋਰੇਟ ਵਰਸਸ ਆਮ ਲੋਕ ਹੋ ਗਈ। ਸਰਕਾਰ ਤਾਂ ਉਹਨਾਂ ਦੇ ਦਬਾਅ ਹੇਠ ਕੰਮ ਕਰਦੀ ਹੈ ਕਾਰਪੋਰੇਟ ਹਾਊਸਿਸ ਦੇ। ਸਾਰੀ ਦੁਨੀਆ 'ਚ ਕਾਰਪੋਰੇਟ ਹਾਊਸਿਸ ਭਾਰੂ ਨੇ ਔਰ ਅੱਜ ਦੀ ਡੇਟ ਵਿੱਚ ਤੁਸੀਂ ਨਿਗਾਹ ਮਾਰੋ ਤਾਂ ਕਾਰਪੋਰੇਟ ਹਾਊਸਿਸ 'ਚ ਇੱਕ ਭੁੱਖ ਜਾਗੀ ਹੈ। ਕਿਸੇ ਵੀ ਕਾਰੋਬਾਰ ਵਿੱਚ ਘਾਟਾ ਪੈ ਸਕਦਾ ਹੈ, ਸਿਰਫ ਜਿਹੜਾ ਖੇਤੀ ਵਾਲਾ ਧੰਦਾ ਹੈ ਇਹਦੇ ਵਿੱਚ ਘਾਟਾ ਨਹੀਂ ਪੈ ਸਕਦਾ। ਸਾਰੀ ਦੁਨੀਆ 'ਚ ਵੱਡੇ ਵੱਡੇ ਜਿਹੜੇ ਵੱਡੇ ਘਰਾਣੇ ਨੇ ਉਹ ਸਾਰੇ ਲੱਖਾਂ ਏਕੜ ਜ਼ਮੀਨਾਂ ਕੱਲਾ ਖਰੀਦੀ ਤੁਰਿਆ ਜਾ ਰਿਹਾ। ਉਹ ਸਮਝਦੇ ਆ ਵੀ ਦੇਸ਼ ਸਾਰੀ ਦੁਨੀਆ ਦੀ ਜ਼ਮੀਨ ਔਰ ਉੱਤੇ ਦਾ ਖੇਤੀ ਦਾ ਧੰਦਾ ਸਾਡੇ ਕਬਜ਼ੇ 'ਚ ਹੋ ਗਿਆ ਤਾਂ ਖੁਰਾਕ ਜਿਹੜੀ ਹੈ ਮਨੁੱਖ ਦੀ ਸਾਡੇ ਕਬਜ਼ੇ 'ਚ ਹੋ ਗਈ, ਅਸੀਂ ਆਪਣੇ ਗੱਜੀ ਨਾਪਾਂਗੇ। ਉਹ ਇਸ ਤਰ੍ਹਾਂ ਦਾ ਇਹ ਅੰਦੋਲਨ ਬਣ ਗਿਆ ਵੀ ਉਹਦਾ ਪ੍ਰਤੀਕ ਹੈ ਉਹਨਾਂ ਦੇ ਵਿਰੁੱਧ ਇੱਕੋ ਜਿਹੜਾ ਅੰਦੋਲਨ ਅੱਜ ਤੱਕ ਖੜਾ ਹੋਇਆ, ਜਿਹੜਾ ਦੁਨੀਆ 'ਚ ਕਿਤੇ ਇੱਦਾਂ ਦੀ ਆਵਾਜ਼ ਨਹੀਂ ਉੱਠੀ ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋ ਗਿਆ, ਸਭ ਤੋਂ ਵੱਧ ਪਾਰਟਿਸਿਪੇਸ਼ਨ ਵਾਲਾ ਔਰ ਪੀਸਫੁਲੀ ਚੱਲਣ ਵਾਲਾ ਅੰਦੋਲਨ ਹੋ ਗਿਆ। ਇਸ ਕਰਕੇ ਇਸ ਅੰਦੋਲਨ ਦਾ ਅਸਰ ਬਹੁਤ ਪਾਸੇ ਹੈ। ਬਈ ਜੇ ਸਿਆਸਤ ਦੀ ਗੱਲ ਕਰੀ, ਕੋਈ ਸੋਚਿਆ ਜਾ ਰਿਹਾ ਕਿਉਂਕਿ ਸਮੇਂ-ਸਮੇਂ ਸਟੇਟਮੈਂਟ ਆ ਜਾਂਦੀ, ਕੋਈ ਆਗੂ ਵੀ ਸਿਆਸੀ ਪੱਖੋਂ ਸੋਚਦੇ ਨੇ। ਤੇ ਜੇ ਤੁਹਾਡੀ ਨਿੱਜੀ ਰਾਏ ਜਾਣਨੀ ਹੋਵੇ ਜਾਂ ਕਿਸਾਨੀ ਮੋਰਚੇ ਦੀ ਜੇ ਗੱਲ ਕਰੀਏ, ਲੱਗਦਾ ਵੀ ਸਿਆਸੀ ਪੱਖੋਂ ਹੋ ਜਾਂਦੇ ਹੋ ਤਾਂ ਕੋਈ ਹੱਲ ਨਿਕਲ ਜੂਗਾ। ਕਈ ਤਾਂ ਕਹਿੰਦੇ ਨੇ ਵੀ ਜਦ ਤੱਕ ਮੇਨ ਸਟ੍ਰੀਮ ਪੋਲਿਟਿਕਸ ਵਿੱਚ ਨਹੀਂ ਆਓਗੇ ਇਸ ਚੀਜ਼ ਦਾ ਕੋਈ ਹੱਲ ਨਹੀਂ ਨਿਕਲੇ, ਨਾ ਕੋਈ ਹੱਲ ਹੈਗਾ। ਇਹ ਤਾਂ ਬਿੱਲ ਬੰਦੇ ਰਹਿਣਗੇ, ਇਹ ਤਾਂ ਬਣਾਉਣੇ ਦਾ ਰਾਜਨੀਤੀ ਸਿਆਸੀ ਪਾਰਟੀਆਂ ਨੇ। ਦੇਖੋ ਜੇ ਅਸੀਂ ਸਿਆਸੀ ਤੌਰ ਤੇ ਇਹਦੇ ਬਾਰੇ ਸੋਚੀਏ, ਇਹ ਬਿੱਲ ਜਿਹੜੇ ਨੇ ਪਾਰਲੀਮੈਂਟ ਦੇ ਪਾਸ ਕੀਤੇ ਹੋਏ ਨੇ, ਪਾਰਲੀਮੈਂਟ ਹੀ ਇਹਨਾਂ ਨੂੰ ਵਾਪਸ ਲਏਗੀ। ਜੇ ਤੁਸੀਂ ਪੋਲਿਟਿਕਸ 'ਚ ਆ ਕੇ ਸਟੇਟਸ ਦੇ ਵਿੱਚ, ਹੁਣ ਸਟੇਟਾਂ ਦੀਆਂ ਇਲੈਕਸ਼ਨਸ ਹੋਣੀਆਂ, ਉੱਥੋਂ ਤੁਸੀਂ ਕੀ ਕਰ ਸਕਦੇ ਹੋ? ਬਹੁਤਾ ਕੁਝ ਨਹੀਂ ਕਰ ਸਕਦੇ। ਉਹਦੇ ਲਈ ਤਾਂ ਫਿਰ 2024 ਤੱਕ ਤਿਆਰੀ ਕਰਨੀ ਪਏਗੀ। 2024 ਜਾ ਕੇ ਪਾਰਲੀਮੈਂਟ ਇਲੈਕਸ਼ਨ ਹੈ, ਫਿਰ ਪਾਰਲੀਮੈਂਟ ਦੇ ਵਿੱਚੋਂ ਹੀ ਤੁਸੀਂ ਇਹਨਾਂ ਨੂੰ ਬਿੱਲਾਂ ਨੂੰ ਵਾਪਸ ਲੈ ਸਕੋਗੇ ਔਰ ਪਾਰਲੀਮੈਂਟ ਨੂੰ ਹੀ ਅਧਿਕਾਰ ਹੈ, ਹੋਰ ਕਿਸੇ ਨੂੰ ਅਧਿਕਾਰ ਨਹੀਂ। ਆ ਸੁਪਰੀਮ ਕੋਰਟ ਨੂੰ ਅਧਿਕਾਰ ਹੈ ਇਹ ਜਿਹੜੇ ਕਾਨੂੰਨ ਇਹਨਾਂ ਨੂੰ ਰੱਦ ਕਰਨ ਦਾ। ਇਸ ਕਰਕੇ ਮੈਂ ਸਮਝਦਾ ਅੱਜ ਸਾਡੀ ਜਿਹੜੀ ਪ੍ਰਾਇਰਟੀ ਹੈ ਔਰ ਰਹਿਣੀ ਇਹ ਚਾਹੀਦੀ ਹੈ, ਅਸੀਂ ਸਾਰਿਆਂ ਨੇ ਵਿਚਾਰ ਕਰਕੇ ਇਸ ਨਤੀਜੇ ਤੇ ਆਪਣੇ ਵੀ ਸਾਡੀ ਟੌਪ ਪ੍ਰਾਇਰਟੀ ਜਿਹੜੀ ਹੈ ਮੋਰਚੇ ਦੀਆਂ ਮੰਗਾਂ ਨੇ, ਅਸੀਂ ਇਹਦੇ ਤੇ ਆਪਣਾ ਧਿਆਨ ਕੇਂਦਰਿਤ ਕਰੀਏ। ਰਾਜਨੀਤੀ ਵਾਲੇ ਪਾਸੇ ਤੁਰ ਕੇ ਅਸੀਂ ਆਪਣਾ ਜਿਹੜਾ ਫੋਕਸ ਹੈ ਉਹ ਆਪਣੇ ਹੱਥ 'ਚੋਂ ਕੱਢ ਦਿਆਂਗੇ, ਉਹ ਫਿਰ ਮੋਰਚਾ ਵੀ ਲੂਜ਼ ਕਰ ਜਾਵਾਂਗੇ ਤੇ ਐਡਾ ਵੱਡਾ ਅੰਦੋਲਨ ਮੁੜ ਕੇ 150 ਸਾਲ ਬਾਅਦ ਭਾਵੇਂ ਕਦੇ ਕਿਤੇ ਹੋ ਜਾਵੇ, ਨਹੀਂ ਦੁਬਾਰਾ ਅੰਦੋਲਨ ਵੀ ਨਹੀਂ ਹੋਣਾ। ਆਗੂਆਂ ਦੀ ਗੱਲ ਕਰੀਏ, ਚੁਡਨੀ ਸਾਹਿਬ ਵੀ ਉਹ ਵੀ ਕਿਤੇ ਨਾ ਕਿਤੇ ਰੈਲੀਆਂ ਕਰਨ ਲੱਗ ਪਏ ਸੀ ਜਾਂ ਲੋਕਾਂ ਨੂੰ ਨਾਲ ਲੈ ਕੇ ਜਾਣ ਲੱਗ ਪਏ ਸੀ। ਫਿਰ ਉਹਨਾਂ ਨੂੰ ਕਿੱਦਾਂ ਦੇਖਦੇ? ਉਹਦਾ ਪੋਲਿਟਿਕਸ ਵਿੱਚ ਹਾਂ ਕਰਕੇ ਫਿਰ ਨਾ ਕੀਤੀ, ਉਹਨਾਂ ਨੇ ਸਟੇਟਮੈਂਟ ਵੀ ਅਲੱਗ-ਅਲੱਗ ਤਰੀਕੇ ਨਾਲ ਆ ਗਈ ਸੀ। ਅਸਲ ਵਿੱਚ ਮੈਂ ਸਮਝਦਾ ਉਹਨਾਂ ਦਾ ਸੋਚਣ ਦਾ ਢੰਗ ਪਤਾ ਨਹੀਂ ਉਹਨਾਂ ਨੂੰ ਕਿਵੇਂ ਅਪੀਲ ਕੀਤਾ। ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ ਵੀ ਇਸ ਪਾਸੇ ਨਾ ਤੁਰੋ, ਸਾਡਾ ਇਹ ਕੰਮ ਨਹੀਂ, ਅਸੀਂ ਇਹਦੇ ਲਈ ਨਹੀਂ ਆਏ। ਅਸੀਂ ਤਾਂ ਜਿਹੜੇ 3 ਕਾਲੇ ਕਾਨੂੰਨ ਤੇ ਇੱਕ MSP ਦੀ ਜਿਹੜਾ ਲੀਗਲ ਰਾਈਟ ਟੂ MSP ਉਹਦੇ ਲਈ ਕਾਨੂੰਨ ਦੀ ਮੰਗ ਲੈ ਕੇ ਆਏ ਹੋਏ ਆ। ਅਸੀਂ ਆਪਣੇ ਕੰਮ ਦੇ ਉੱਤੇ ਕੇਂਦਰ ਕਰੀਏ ਆਪਣਾ ਧਿਆਨ। ਇਹ ਜਿਹੜਾ ਪੋਲਿਟਿਕਸ ਵਾਲਾ ਮਸਲਾ ਜੇ ਇੱਧਰ ਤੁਰ ਪਏ ਤਾਂ ਫਿਰ ਇੱਧਰੋਂ ਧਿਆਨ ਹਟ ਜਾਏਗਾ, ਸਾਰਾ ਕੁਝ ਹੱਥੋਂ ਨਿਕਲ ਜਾਏਗਾ। ਉਹ ਤੁਰੇ ਨੇ, ਉਹ ਉਹਨਾਂ ਦੀ ਆਪਣੀ ਸੋਚ ਹੈ, ਪਰ ਸੰਯੁਕਤ ਕਿਸਾਨ ਮੋਰਚੇ ਦੀ ਸੋਚ ਇਹ ਨਹੀਂ। ਇਸ 'ਚ ਕੋਈ ਫਰਕ ਤਾਂ ਨਹੀਂ ਪਏਗਾ ਕਿਸਾਨ ਮੋਰਚੇ? ਕੋਈ ਫਰਕ ਨਹੀਂ ਪੈਂਦਾ। ਇੱਕ ਬੰਦਾ ਜੇ ਇੱਧਰ ਉੱਧਰ ਤੁਰਿਆ ਫਿਰੂਗਾ, ਅੱਜ ਦੀ ਡੇਟ ਵਿੱਚ ਕੋਈ ਵੀ ਜੇ ਮੋਰਚੇ ਦੇ ਵਿੱਚੋਂ ਨਿਕਲੂਗਾ ਲੀਡਰ ਤੋਂ ਆਪਣਾ ਹੀ ਨੁਕਸਾਨ ਕਰੂਗਾ ਤੇ ਲੋਕਾਂ ਨੇ ਉਹਨੂੰ ਬਖਸ਼ਣਾ ਨਹੀਂ। ਇਸ ਕਰਕੇ ਕੋਈ ਇੱਥੋਂ ਖਿਸਕਣ ਦੀ ਕਿਸੇ ਦੀ ਕੋਈ ਕਿਸੇ ਤਰ੍ਹਾਂ ਦੀ ਇੱਦਾਂ ਦਾ ਮਾਹੌਲ ਬਣ ਗਿਆ, ਸੰਭਾਵਨਾ ਹੀ ਹੈ ਨਹੀਂ। ਮੈਂ ਤਾਂ ਤੁਹਾਨੂੰ ਸਵਾਲ ਕੀਤਾ ਸੀ, ਚੁਡਨੀ ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਵੀ ਵਿਅਕਤੀ ਅਲੱਗ-ਅਲੱਗ ਤਰੀਕੇ ਨਾਲ ਇਹ ਗੱਲ ਰੱਖਦੇ ਨੇ। ਜਿਵੇਂ ਸਿੱਧਾ ਜਿਹਾ ਸਵਾਲ ਹੈ, ਜੇ ਬਿੱਲ ਪਾਰਲੀਮੈਂਟ ਤੋਂ ਆਏ ਨੇ ਤਾਂ ਕਦੇ ਕਿਸਾਨ ਆਗੂ ਕਿਉਂ ਨਹੀਂ ਪਾਰਲੀਮੈਂਟ ਦਾ ਰੁੱਖ ਕਰਦੇ? ਉਹ ਕਿਉਂ ਨਹੀਂ ਪੋਲਿਟਿਕਸ ਵਿੱਚ ਆ ਕੇ ਇਸ ਨੂੰ ਠੱਲ ਪਾ ਲੈਂਦੇ ਵੀ ਠੀਕ ਹੈ ਜੇ ਬਿੱਲ ਹੀ ਉੱਥੋਂ ਆਣੇ ਨੇ ਤੇ ਅਸੀਂ ਜਾ ਕੇ ਆਪਦੀ ਜਗ੍ਹਾ ਉੱਥੇ ਲੈ ਲੈਂਦੇ ਹਾਂ, ਅਸੀਂ ਕਿਸਾਨ ਸਾਡੇ ਨਾਲ ਹੈ, ਮੋਰਚਾ ਸਾਡੇ ਨਾਲ ਹੈ। ਹਾਲੇ ਬੜਾ ਲੰਬਾ ਸਮਾਂ ਪਿਆ ਇਹਦੇ ਤੇ ਸੋਚਣ ਵਾਸਤੇ। 2024 ਚ ਪਾਰਲੀਮੈਂਟ ਇਲੈਕਸ਼ਨ ਹੈ। ਹਾਂ, ਲੋਕਾਂ ਦਾ ਜਦੋਂ ਸਾਰਿਆਂ ਦਾ ਦੇਖੋ ਇਸ ਅੰਦੋਲਨ ਨਾਲ ਅਵੇਅਰਨੈਸ ਲੈਵਲ ਬਹੁਤ ਵਧਿਆ। ਇਹ ਮੈਂ ਪਿਛਲੇ ਦਿਨੀ ਕੋਈ ਰੂਲਿੰਗ ਪਾਰਟੀ ਦਾ ਵੱਡਾ ਲੀਡਰ ਮੇਰੇ ਨਾਲ ਗੱਲ ਕਰਦਾ ਸੀ। ਮੈਂ ਉਹਨੂੰ ਕਿਹਾ ਵੀ ਅਸੀਂ ਤਾਂ ਸਥਾਪਿਤ ਹੋ ਗਏ ਹਾਂ ਇੱਥੇ, ਜੇ ਅਸੀਂ ਇਹ ਆਸ ਕਰੀਏ ਵੀ ਇੱਥੇ ਘਰ ਵਾਲੀਆਂ ਸਿੱਖ ਸਹੂਲਤਾਂ ਮਿਲਣਗੀਆਂ, ਉਹ ਤਾਂ ਨਹੀਂ ਮਿਲਣੀਆਂ। ਅਸੀਂ ਆਪਣੇ ਆਪ ਨੂੰ ਐਡਜਸਟ ਕਰ ਲਿਆ, ਕਿੱਦਾਂ ਦਾ ਲਾਈਫ ਸਟਾਈਲ ਆ ਉਹਦੇ 'ਚ ਅਸੀਂ ਫਿੱਟ ਹੋ ਗਏ ਹਾਂ ਅਤੇ ਤੁਸੀਂ ਸਾਨੂੰ ਜਿੰਨੀ ਦੇਰ ਬਿਠਾਉਣਾ ਚਾਹੋ ਅਸੀਂ ਬੈਠੇ ਰਹਾਂਗੇ। ਪਰ ਇੱਕ ਯਾਦ ਰੱਖੋ, ਇਹ ਜਿਹੜਾ ਅਵੇਅਰਨੈਸ ਆ ਉਹ ਅੱਗੇ ਅੱਗੇ ਵੱਧ ਰਹੀ ਹੈ ਲੋਕਾਂ ਵਿੱਚ। ਇਹ ਕਿਸੇ ਵੇਲੇ ਪੰਜਾਬ ਤੱਕ ਸੀਮਤ ਸੀ, ਫਿਰ ਹਰਿਆਣਾ ਸ਼ਾਮਲ ਹੋਇਆ, ਫਿਰ UP ਰਾਜਸਥਾਨ ਦਾ ਕੁਝ ਹਿੱਸਾ ਅਤੇ ਉੱਤਰਾਖੰਡ ਦਾ ਹਿੱਸਾ ਸ਼ਾਮਲ ਹੋਇਆ। ਹੁਣ ਇਹ ਸਾਊਥ ਵਿੱਚ ਚਲੀ ਗਈ। ਹੁਣ ਵੱਡੇ ਵੱਡੇ ਜਿੱਥੇ ਸਾਊਥ 'ਚੋਂ ਆਉਂਦੇ ਆ, ਅਤੇ ਜੇ ਤੁਸੀਂ ਇੱਦਾਂ ਹੀ ਸਾਨੂੰ ਬਿਠਾਈ ਰੱਖੋਗੇ, ਸਾਰੇ ਦੇਸ਼ ਵਿੱਚ ਜੋ ਇੱਥੇ ਮਾਹੌਲ ਬਣ ਗਿਆ ਸਾਰੇ ਦੇਸ਼ 'ਚ ਬਣ ਗਿਆ ਤਾਂ ਤੁਸੀਂ ਮਾਂਜੇ ਜਾਓਗੇ। ਉਹ ਇਹਦਾ ਅਸਰ ਸਾਰੇ ਦੇਸ਼ 'ਚ ਹੋ ਰਿਹਾ
ਉਦੋਂ ਤੱਕ ਪਤਾ ਕੋਈ ਨਹੀਂ ਦੇਸ਼ ਦਾ ਮਾਹੌਲ। ਜੇ ਜਨਤਾ ਪਾਰਟੀ ਜਦੋਂ ਬਣੀ ਉਦੋਂ ਕਿਹੜਾ ਕੁਛ ਸੀਗਾ। ਐਮਰਜੈਂਸੀ ਤੋਂ ਬਾਅਦ ਇੱਕ ਪੰਜਾਬ ਦੀ ਇੱਕ ਖੂਬੀ ਹੈ, ਬਾਕੀ ਦੇ ਸਾਰੇ ਦੇਸ਼ ਤੋਂ ਵੱਖਰੀ ਗੱਲ ਹੈ। ਪੰਜਾਬ ਜਦੋਂ ਤੇ ਨਾ ਤੁਰੇ ਜਦੋਂ ਤੁਰ ਪਿਆ ਫਿਰ ਇਹ ਪਿੱਛੇ ਨਹੀਂ ਹਟਦਾ। ਇੱਕ ਤਾਂ ਇਹ ਹੈ। ਦੂਸਰੀ, ਜਦੋਂ ਪੰਜਾਬੀ ਤੁਰ ਪੈਂਦੇ ਨੇ ਇੱਥੋਂ ਜਿਹੜੀ ਗੱਲ ਤੁਰ ਪੈਂਦੀ ਹੈ ਉਹ ਫਿਰ ਸਾਰੇ ਦੇਸ਼ ਵਿੱਚ ਫੈਲ ਜਾਂਦੀ ਹੈ। ਜਨਤਾ ਪਾਰਟੀ ਦਾ ਨਾਰਾ ਜੇਪੀ ਬਿਹਾਰ ਤੋਂ ਸੀ, ਉਹਨੂੰ ਪਤਾ ਸੀ ਇੱਥੇ ਦੀ ਮਿੱਟੀ ਦਾ, ਇੱਥੇ ਦੇ ਇਤਿਹਾਸ ਦਾ। ਉਹਨੇ ਨਾਰਾ ਆ ਕੇ ਪੰਜਾਬ 'ਚੋਂ ਦਿੱਤਾ, ਜਨਤਾ 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 ਹੁੰਦੀ ਸਾਰੇ ਦੇਸ਼ ਵਿੱਚ ਹੋ ਗਈ। ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਉਹ ਗੱਲ ਵੱਖਰੀ ਹੈ ਵੀ ਜਿਹੜੇ ਲੀਡਰ ਸੀਗੇ ਉਹੀ ਵੱਖ-ਵੱਖ ਪਾਰਟੀਆਂ 'ਚੋਂ ਆਏ ਸੀ, ਜਿਹੜੇ ਜੇਲ੍ਹਾਂ 'ਚ ਰਹੇ ਸੀ, ਅਤੇ ਉਹ ਨਹੀਂ ਇਕੱਠੇ ਚੱਲ ਸਕੇ, ਸਰਕਾਰ ਟੁੱਟ ਗਈ। ਪਰ ਲੋਕਾਂ ਨੇ ਇੱਕ ਵਾਰੀ ਤਬਦੀਲੀ ਲਿਆਤੀ। ਔਰ ਇਸੇ ਤਰ੍ਹਾਂ ਕੁਝ ਵੀ ਹੋ ਸਕਦਾ ਇਸ ਦੇਸ਼ ਵਿੱਚ, ਲੋਕਾਂ ਦੇ ਹੱਥ 'ਚ ਹੈ। 2 ਸਾਲ ਰਹਿੰਦੇ ਨੇ, 2 ਸਾਲ ਵਿੱਚ ਕੀ ਮਾਹੌਲ ਬਣਦਾ ਅੱਜ ਕੋਈ ਕਹਿ ਨਹੀਂ ਸਕਦਾ। ਇਹ ਭਵਿੱਖ ਦੇ ਗਰਭ 'ਚ ਹੈ। ਹੁਣ ਤੁਸੀਂ ਬੰਗਾਲ ਦੇ ਵਿੱਚ ਜਾ ਕੇ ਇੱਕ ਨਾਅਰਾ ਦਿੱਤਾ ਕਿ ਬੀਜੇਪੀ ਨੂੰ ਵੋਟ ਨਾ ਪਾਓ, ਤੇ ਪੰਜਾਬ ਵਿੱਚ ਚੋਣਾਂ ਨੇ, ਯੂਪੀ ਵਿੱਚ ਚੋਣਾਂ ਨੇ, ਹੁਣ ਤੁਹਾਡਾ ਕੀ ਨਾਅਰਾ ਹੈ? ਦੇਖੋ, ਅਸੀਂ ਉਸ ਵੇਲੇ ਕੇਂਦਰੀ ਹੁਕਮਰਾਨਾਂ ਨੂੰ ਕਹਿ ਕੇ ਗਏ ਸੀ ਵੀ ਅਸੀਂ ਰਾਜਨੀਤੀ ਕਰਨ ਨਹੀਂ ਆਏ, ਸਾਨੂੰ ਮਜਬੂਰ ਨਾ ਕਰੋ। ਜਿਸ ਤਰ੍ਹਾਂ ਤੁਹਾਡਾ ਰਵੱਈਆ ਹੈ ਵੀ ਤੁਸੀਂ ਗੱਲ ਠੀਕ ਤਰ੍ਹਾਂ ਗੱਲ ਹੀ ਨਹੀਂ ਕਰਦੇ, ਤਾਂ ਫਿਰ ਕਿਤੇ ਇਹ ਨਾ ਹੋਏ ਵੀ ਤੁਸੀਂ ਵੋਟ ਦੀ ਰਾਜਨੀਤੀ ਸਮਝਦੇ ਹੋ, ਫਿਰ ਸਾਨੂੰ ਵੋਟ 'ਤੇ ਚੋਟ ਕਰਨਾ ਪੈ ਜੇ। ਇਹਨਾਂ ਨੇ ਨਹੀਂ ਸਾਡੀ ਗੱਲ ਸੁਣੀ। ਸਾਡਾ ਉੱਤੇ ਭਾਵੇਂ ਉਸ ਵੇਲੇ ਤੱਕ ਸਾਡਾ ਆਪਣਾ ਕੋਈ ਕੇਡਰ ਨਹੀਂ ਸੀ, ਕੁਛ ਨਹੀਂ ਸੀ। ਅਸੀਂ ਜਾ ਕੇ ਇੱਕ ਅਪੀਲ ਦੀ ਚਿੱਠੀ ਉੱਥੇ ਦੇ ਕਿਸਾਨਾਂ ਦੇ ਨੂੰ ਜਾਰੀ ਕੀਤੀ। 10 ਦਿਨਾਂ ਵਿੱਚ, ਹਫ਼ਤੇ 'ਚ ਇੰਨਾ ਉਹ ਫੈਲ ਗਈ ਚਿੱਠੀ ਸਾਰੇ ਬੰਗਾਲ 'ਚ। ਐਂਟੀ ਇਨਕੰਬੈਂਸੀ ਵੀ ਮਮਤਾ ਦਾ ਕਿਧਰ ਹੀ ਰੁੜ ਗਿਆ। ਅਸੀਂ ਇੱਕੋ ਗੱਲ ਕਹੀ ਸੀ ਵੀ ਭਾਜਪਾ ਨੂੰ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਉਹਦੇ ਵਿੱਚ ਮਮਤਾ ਦੀ ਸਰਕਾਰ ਆ ਗਈ। ਮੋਦੀ ਔਰ ਅਮਿਤ ਸ਼ਾਹ ਦਾ ਜ਼ੋਰ ਲਾਇਆ, ਐਵੇਂ ਹਵਾ ਚੁੱਟ ਗਿਆ। ਪੰਜਾਬ 'ਚ ਕੀ ਕਰੋਗੇ, ਯੂਪੀ 'ਚ ਕੀ ਕਰਾਂਗੇ? ਸਵਾਲ ਤਾਂ ਹੈ ਵੀ ਪੰਜਾਬ ਤੇ ਯੂਪੀ ਵਾਲੇ ਵੀ ਹੁਣ 5 ਮਹੀਨੇ ਰਹਿ ਗਏ ਨੇ, ਇਸ ਵਾਸਤੇ ਕੋਈ ਕੰਪੇਨ ਚਲਾਓਗੇ? ਇਹ ਅਸੀਂ ਉਹ ਇਹਨਾਂ ਨੂੰ ਕਹਿ ਦਿੱਤਾ ਹੋਇਆ ਵੀ ਜੇ ਤੁਸੀਂ ਇਸੇ ਤਰ੍ਹਾਂ ਕਰਨਾ ਹੈ। ਹੁਣ ਸਾਡਾ ਅਗਲਾ ਟਾਰਗੇਟ ਜਿਹੜਾ ਵੱਡੀ ਸਟੇਟ ਹੈ, ਕਿਉਂਕਿ ਇਹ ਕਿਹਾ ਜਾਂਦਾ ਹੈ ਵੀ ਯੂਪੀ ਰਾਹੀਂ ਹੋ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਾਹ ਜਾਂਦਾ ਹੈ। ਅਤੇ ਅਸੀਂ ਕਿਹਾ ਵੀ ਚਲੋ ਪਹਿਲਾਂ ਮੌਕਾ ਮਿਲ ਗਿਆ ਅਤੇ ਯੂਪੀ ਔਰ ਉੱਤਰਾਖੰਡ ਨੂੰ ਅਸੀਂ ਟਾਰਗੇਟ ਕਰੀਏ, ਔਰ ਉਹਦੇ ਲਈ ਅਸੀਂ ਮਿਸ਼ਨ ਯੂਪੀ ਔਰ ਉੱਤਰਾਖੰਡ ਸ਼ੁਰੂ ਕੀਤਾ ਹੈ। ਅਤੇ ਹਾਲੇ ਤੱਕ ਤਾਂ ਸਿਰਫ ਇੱਕ ਕਾਨਫਰੰਸ ਦੀ ਤਿਆਰੀ ਹੋ ਰਹੀ ਹੈ। 5 ਸਤੰਬਰ ਨੂੰ ਮੁਜ਼ੱਫਰਨਗਰ 'ਚ ਇੱਕ ਬਹੁਤ ਵੱਡੀ ਕਾਨਫਰੰਸ ਹੋ ਰਹੀ ਹੈ, ਔਰ ਮੇਰਾ ਖਿਆਲ ਹੈ ਹਿਸਟੋਰੀਕਲ ਹੋਊ। ਐਡਾ ਵੱਡਾ ਇਕੱਠ ਕਦੀ ਹਿੰਦੁਸਤਾਨ 'ਚ ਕਿਸੇ ਰੈਲੀ 'ਚ ਹੋਇਆ ਨਹੀਂ ਹੋਣਾ ਜਿੰਨਾ ਉੱਥੇ ਹੋਏਗਾ। ਔਰ ਉਸ ਰੈਲੀ ਤੋਂ ਬਾਅਦ ਅਸੀਂ ਮਿਸ਼ਨ ਯੂਪੀ ਨੂੰ ਪ੍ਰੈਕਟੀਕਲ ਸ਼ੇਪ ਦੇ ਕੇ ਫਿਰ ਅਸੀਂ ਜਿੰਨੀਆਂ ਡਿਵੀਜ਼ਨਾਂ ਨੇ, ਹਰ ਡਿਵੀਜ਼ਨ ਪੱਧਰ 'ਤੇ ਵੱਡੀ ਰੈਲੀ ਕਰਾਂਗੇ। ਉੱਤਰਾਖੰਡ 'ਚ ਵੀ ਅਤੇ ਯੂਪੀ 'ਚ ਵੀ 85 ਸੀਟਾਂ ਨੇ, ਅਤੇ 85 ਸੀਟਾਂ ਜੇ ਹਿੱਲ ਗਈਆਂ ਤਾਂ ਮੋਦੀ ਦੀ ਕੁਰਸੀ ਹਿੱਲ ਜਾਏਗੀ। ਉਹ ਅਸੀਂ ਜਿਸ ਤਰ੍ਹਾਂ ਦਾ ਸਾਨੂੰ ਰਿਸਪੌਂਸ ਮਿਲ ਰਿਹਾ, ਹੁਣ 18 ਤਾਰੀਖ ਨੂੰ ਲਖਨਊ 'ਚ ਮੀਟਿੰਗ ਹੈ। ਜਿੰਨੀਆਂ ਇਕੱਲੀ ਟਕੈਤ ਵਾਲੀ ਜਥੇਬੰਦੀ ਨਹੀਂ, ਉੱਥੇ ਜਥੇਬੰਦੀਆਂ ਬਹੁਤ ਨੇ, ਵੱਡਾ ਸੂਬਾ ਹੈ। ਉਹਨਾਂ ਦੀ ਸਾਰੀਆਂ ਦੀ ਅਸੀਂ ਮੀਟਿੰਗ 18 ਤਰੀਕ ਨੂੰ ਲਖਨਊ 'ਚ ਰੱਖੀ ਹੈ। ਉਹਨਾਂ ਨੂੰ ਵੀ ਤਿਆਰ ਕਰ ਰਹੇ ਹਾਂ ਵੀ ਸਾਰੇ ਯੂਪੀ ਦਾ ਕੋਈ ਜ਼ਿਲ੍ਹਾ ਰਹੇ ਨਾ, ਮੈਕਸਿਮਮ ਕੋਸ਼ਿਸ਼ ਹੋਏਗੀ ਯੂਪੀ ਔਰ ਉੱਤਰਾਖੰਡ 'ਚ ਕੋਈ ਜਗ੍ਹਾ ਰਹੇ ਨਾ ਜਿੱਥੋਂ ਲੋਕ ਨਾ ਆਉਣ। ਅਤੇ ਇਹ ਤੋਂ ਇਲਾਵਾ ਬਾਕੀ ਸਟੇਟਾਂ ਜਿਹੜੀਆਂ ਸਾਰੀਆਂ ਉਹ ਵੀ ਵੱਡੀ ਗਿਣਤੀ 'ਚ ਉੱਥੇ ਜਾਣਗੀਆਂ। ਅਤੇ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਹੈ ਫਿਰ ਹੋਊਗਾ ਵੀ ਮੋਦੀ ਨੂੰ ਗੱਦੀਓਂ ਲਾਹੋ, ਬਾਕੀ ਦਾ ਕੰਮ ਬਾਅਦ 'ਚ ਦੇਖਾਂਗੇ। ਪੰਜਾਬ ਵਾਸਤੇ ਕੋਈ ਸੋਚਿਆ ਕੀ ਕਰਨਾ? ਪੰਜਾਬ ਵਾਸਤੇ ਹਾਲੇ ਨਹੀਂ ਸੋਚਿਆ। ਹਾਲੇ ਤਾਂ ਫਿਰ ਕਿਉਂਕਿ ਪੰਜਾਬ 'ਚ ਇਹਨਾਂ ਦਾ ਕੱਖ ਨਹੀਂ, ਭਾਜਪਾ ਦਾ ਕੱਖ ਨਹੀਂ ਹੈ। ਭਾਜਪਾ ਨੂੰ ਪੰਜਾਬ ਦੀ ਕੋਈ ਤਕਲੀਫ ਨਹੀਂ ਹੈ, ਤਕਲੀਫ ਉਹਨਾਂ ਨੂੰ ਯੂਪੀ ਦੀ ਔਰ ਉੱਤਰਾਖੰਡ ਦੀ ਹੈ। ਫਿਰ ਜਿੱਥੋਂ ਕੋਈ ਦੁੱਖ ਮੰਨੇ ਉੱਥੇ ਚੁੰਡੀ ਭਰੀ ਜਾਂਦੀ ਹੈ। ਫਿਰ ਹੁਣ ਜੇ ਪੰਜਾਬ ਦੀ ਗੱਲ ਕਰੀਏ, ਸਿਆਸੀ ਪਾਰਟੀਆਂ ਇੱਥੇ ਵੀ ਹੈਗੀਆਂ ਨੇ, ਫਿਰ ਆਪਾਂ ਦੇਖਿਆ ਵੀ ਇਹਨੂੰ ਵਿਰੋਧ ਵੀ ਹੁੰਦਾ। ਜੇ ਜ਼ਿਕਰ ਕਰੀਏ ਬੀਜੇਪੀ ਦਾ ਵਿਰੋਧ ਕਰੋ, ਉਸ ਤੋਂ ਬਾਅਦ ਸਾਰੀ ਸਿਆਸੀ ਪਾਰਟੀਆਂ ਦਾ ਵਿਰੋਧ ਹੋਣ ਲੱਗ ਪੈਂਦਾ। ਇਹ ਕਿਸਾਨੀ ਮੋਰਚੇ ਵੱਲੋਂ ਜਾਗਰੂਕ ਹੈ, ਵੱਲੋਂ ਹੈ ਕਿ ਲੋਕਾਂ ਵਿੱਚ ਰੋਹ ਹੈ ਕਿ ਇਹ ਸਾਰੀ ਸਿਆਸੀ ਪਾਰਟੀਆਂ ਦਾ ਵਿਰੋਧ ਕਰਨਾ ਪੰਜਾਬ 'ਚ। ਇੱਕ ਗੱਲ ਸਮਝੋ, ਇਸ ਅੰਦੋਲਨ ਨੇ ਜਾਗਰੂਕਤਾ ਬਹੁਤ ਲਿਆਂਦੀ ਹੈ ਲੋਕਾਂ ਵਿੱਚ। ਇੱਕ ਬਹੁਤ ਮਾੜਾ ਜਿਹੜਾ ਹੁਣ ਤੱਕ ਦਾ ਟਰੈਂਡ ਹੋ ਗਿਆ ਪੋਲੀਟਿਕਸ 'ਚ, ਉਹ ਇਹ ਹੋ ਗਿਆ ਵੀ ਜਿੰਨੇ ਵੀ ਲੋਕ ਰਾਜਨੀਤੀ 'ਚ ਆਉਂਦੇ ਨੇ, ਚਾਹੇ MLA ਬਣਨ ਵਾਸਤੇ ਆਉਂਦੇ ਨੇ, ਚਾਹੇ MP ਬਣਨ ਵਾਸਤੇ ਆਉਂਦੇ ਨੇ, ਉਹ ਸਮਝਦੇ ਵੀ 15 ਦਿਨ ਲੋਕਾਂ ਅੱਗੇ ਹੱਥ ਬੰਨੋ, ਉਹਦੇ ਬਾਅਦ ਫਿਰ ਰਾਜੇ ਬਣ ਜਾਓ। ਲੋਕਾਂ ਨੂੰ ਫਿਰ ਪੁੱਛਦੇ ਨਹੀਂ। ਲੋਕਾਂ ਕੋਲ ਉਹਨਾਂ ਨੂੰ ਮੁਸ਼ਕ ਆਉਣ ਲੱਗ ਜਾਂਦਾ ਹੈ। ਲੋਕਾਂ ਦੇ ਮਸਲਿਆਂ 'ਤੇ ਉਹਨਾਂ ਦੀ ਨਾ ਉਹ ਏਜੰਡੇ 'ਤੇ ਹੁੰਦੇ ਨੇ, ਨਾ ਉਹਨਾਂ ਦੀ ਕੋਈ ਉੱਥੇ ਪਕੜ ਹੁੰਦੀ ਹੈ। ਉਹ ਫਿਰ ਪਰਵਾਹ ਨਹੀਂ ਕਰਦੇ। ਇਹਦੇ ਨਾਲ ਇਸ ਤਰ੍ਹਾਂ ਦਾ ਹੋ ਗਿਆ ਵੀ ਕੁਝ ਪਰਿਵਾਰਾਂ ਦੇ ਤੱਕ ਸੀਮਤ ਹੋ ਕੇ ਰਹਿ ਗਈ ਰਾਜਨੀਤੀ। ਜਿਵੇਂ ਪੁਰਾਣੇ ਰਜਵਾੜੇ ਹੁੰਦੇ ਸੀ, ਉਹ ਕੰਮ ਬਣ ਗਿਆ। ਤੋ ਲੋਕੀ ਇਸ ਗੱਲ ਤੋਂ ਖਫਾ ਨੇ।
ਐਮਪੀ ਜਾਂ ਐਮਐਲਏ ਬਣਨ ਤੋਂ ਬਾਅਦ ਕੁਝ ਆਪਣੇ ਚਾਰ ਚਹੇਤਿਆਂ ਤੋਂ ਬਿਨਾਂ ਉਹ ਕਿਸੇ ਦੀ ਸੁਣਦੇ ਹੀ ਨਹੀਂ, ਉਹਨਾਂ ਨੂੰ ਨਾਲ ਲਾ ਕੇ ਰੱਖਦੇ ਆ, ਉਹ ਲੋਕਾਂ ਨੂੰ ਬਰਗਲਾਉਂਦੇ ਆ, ਲੋਕਾਂ ਨੂੰ ਉਹਨਾਂ ਦੇ ਨਾਲ ਜੋੜ ਕੇ ਰੱਖਦੇ ਆ। ਤੇ ਲੋਕੀ ਇਹ ਸੋਚਣ ਲੱਗ ਪਏ ਪਹਿਲਾਂ ਹੁਣ ਇਹ ਸਿਸਟਮ ਨੂੰ ਠੀਕ ਕਰੋ। ਇਹ ਸਿਸਟਮ ਠੀਕ ਹੋਣ ਵੱਲ ਜੇ ਚੱਲ ਪਿਆ ਕੰਮ ਤਾਂ ਪਤਾ ਨਹੀਂ ਕੀ ਹੋ ਇਹਨਾਂ ਸਾਰਿਆਂ ਨੂੰ। ਅੱਜ ਮੁਸ਼ਕਲ ਕੀ ਹੈ ਦੇਖੋ, ਇੱਕ ਹੋਰ ਦੇਖੋ ਪ੍ਰੈਕਟੀਕਲੀ ਕੀ ਹੁੰਦਾ। ਬੜੀਆਂ ਇਲੈਕਸ਼ਨਾਂ ਦੇਖੀਆਂ, ਉਦੋਂ ਚੀਕਾਂ ਪੈਂਦੀਆਂ ਹੁੰਦੀਆਂ ਵੀ ਮਹੀਨਾ ਕੁ ਪਹਿਲੇ ਹੁਣ ਯਾਰ ਐਲਾਨ ਤਾਂ ਚੰਗਾ ਹੈ, 2-2 ਮਹੀਨੇ ਪਹਿਲਾਂ ਤੋਰ ਦਿੰਦੇ ਨੇ, ਬੱਸ ਹੋ ਜਾਂਦੀ ਹੈ, ਪੈਸਾ ਬਹੁਤ ਖਰਚ ਹੁੰਦਾ ਹੈ, ਫਿਜ਼ੀਕਲ ਲੇਬਰ ਵੀ ਲੱਗਦੀ ਹੈ, ਤੇ 2 ਮਹੀਨੇ ਬਹੁਤ ਲੰਬਾ ਗਿਣਿਆ ਕਰਦੇ ਸੀ। ਹੁਣ ਇਹਨਾਂ ਨੇ 1 ਸਾਲ ਪਹਿਲਾਂ ਹੀ ਸ਼ੁਰੂ ਕਰਤੀ ਕੰਪੇਨ। ਹਾਲੇ ਤਾਂ ਇਲੈਕਸ਼ਨ ਦਾ ਮਾਹੌਲ ਬਣਿਆ ਨਹੀਂ, ਇਹਨਾਂ ਇਹੀ ਬਣਾਉਣ ਲੱਗੇ ਹੋਏ ਨੇ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਪੈਰ ਨਹੀਂ ਲੱਗ ਰਹੇ। ਜਿਵੇਂ ਤੁਸੀਂ ਸਵਾਲ ਕੀਤਾ, ਲੋਕੀ ਥਾਂ ਥਾਂ ਇਹਨਾਂ ਤੇ ਸਵਾਲ ਕਰਨ ਲੱਗ ਪਏ, ਇਹਨਾਂ ਨੂੰ ਘੇਰਨ ਲੱਗ ਪਏ। ਅਸੀਂ ਤਾਂ ਕਿਹਾ ਨਹੀਂ ਹਾਲੇ, ਅਸੀਂ ਤਾਂ ਭਾਜਪਾ ਵਾਲਿਆਂ ਨੂੰ ਘੇਰਨ ਵਾਸਤੇ ਕਿਹਾ, ਸਾਰੀਆਂ ਪਾਰਟੀਆਂ ਨੂੰ ਘੇਰਨ ਲੱਗ ਪਏ, ਪਿੰਡਾਂ ਵਿੱਚ ਬੋਰਡ ਲਾਉਣ ਲੱਗ ਪਏ ਆਪ ਮੁਹਾਰੇ। ਇਹ ਲੋਕਾਂ ਦੀ ਮਾਨਸਿਕਤਾ ਦਰਸਾਉਂਦਾ। ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਇਹ ਤੋਂ ਸਿੱਖਣਾ ਚਾਹੀਦਾ ਹੈ, ਆਪਣੀ ਅੰਤਰਾਤਮਾ 'ਚ ਝਾਤ ਮਾਰ ਕੇ ਦੇਖਣਾ ਚਾਹੀਦਾ ਵੀ ਕੀ ਅਸੀਂ ਮਾੜਾ ਕੀਤਾ, ਅਸੀਂ ਕਿੱਥੋਂ ਗਲਤੀਆਂ ਕੀਤੀਆਂ ਜਿੱਥੋਂ ਸਾਨੂੰ ਲੋਕ ਇੰਨਾ ਵਿਰੋਧ ਕਰਨ ਲੱਗ ਪਏ, ਉਹ ਤਾਂ ਕਿ ਉਹ ਆਪਣੇ ਆਪ 'ਚ ਅੱਗੇ ਤੋਂ ਸੁਧਾਰ ਲਿਆਉਣ। ਹੁਣ ਆਉਣ ਵਾਲਾ ਸਮਾਂ ਇਦਾਂ ਦਾ ਨਹੀਂ ਹੈ ਵੀ ਕੋਈ ਰਾਜਾ ਬਣ ਕੇ ਐਮਐਲਏ ਐਮਪੀ ਬਣਿਆ ਰਹੂਗਾ। ਉਹਨੂੰ ਲੋਕਾਂ ਦੀਆਂ ਰੋਜ਼ ਦੀਆਂ ਸਮੱਸਿਆਵਾਂ 'ਤੇ ਆਪਣੇ ਆਪ ਨੂੰ ਧਿਆਨ ਕੇਂਦਰਿਤ ਕਰਨਾ ਪਏਗਾ। ਜੇ ਲੋਕਾਂ ਦੀ ਸਮੱਸਿਆਵਾਂ ਹੱਲ ਨਹੀਂ ਹੋਦੀਆਂ ਤਾਂ ਵਿਰੋਧ ਹੈ ਕਿ 8 ਮਹੀਨੇ ਤੋਂ ਮੋਰਚਾ ਉੱਥੇ ਬੈਠਾ ਹੈ ਤਾਂ ਕਰਕੇ ਵਿਰੋਧ ਹੋ ਰਿਹਾ ਵੀ ਅਸੀਂ ਉੱਥੇ ਇੰਨੇ ਸਮੇਂ ਤੋਂ ਬੈਠੇ ਹਾਂ, ਐਮਐਲਏ ਐਮਪੀ ਕਿਉਂ ਨਹੀਂ ਗੱਲ ਰੱਖਦੇ, ਕਿਉਂ ਨਹੀਂ ਗੱਲ ਚੁੱਕਦੇ? ਦੇਖੋ ਅਵੇਅਰਨੈਸ ਕੀ ਹੁੰਦੀ ਹੈ, ਇੱਕ ਤਾਂ ਲੋਕਾਂ ਨੂੰ ਪਤਾ ਲੋਕਾਂ ਦੀ ਪਾਰਟਿਸਿਪੇਸ਼ਨ ਉਸ ਮੋਰਚੇ ਨਾਲ ਧੁਰ ਅੰਦਰ ਤੱਕ ਲੋਕ ਜੁੜੇ ਹੋਏ ਨੇ। ਹਰ ਘਰ ਵਿੱਚ ਚੁੱਲ੍ਹੇ 'ਤੇ ਜਦੋਂ ਚਰਚਾ ਹੁੰਦੀ ਹੈ ਤਾਂ ਅੰਦੋਲਨ ਦੀ ਹੁੰਦੀ ਹੈ। ਇਹ ਪਹਿਲੀ ਵਾਰੀ ਹੋਇਆ ਇੰਨੀ ਵੱਡੀ ਡਿਵੈਲਪਮੈਂਟ ਜਿਹੜੀ ਇੱਥੇ ਹੋਈ ਹੈ। ਹਰ ਆਦਮੀ ਮੋਰਚੇ ਦਾ ਆਪਣੇ ਆਪ ਨੂੰ ਹਿੱਸਾ ਸਮਝਦਾ। ਜਦੋਂ ਹਿੱਸਾ ਸਮਝਦਾ ਫਿਰ ਉਹ ਜਿਹੜੇ ਪੋਲੀਟੀਸ਼ੀਅਨ ਨੇ ਅੱਜ ਹੁਣ 8 ਮਹੀਨੇ ਜਿਨ੍ਹਾਂ ਨੇ ਬਿਠਾਇਆ ਹੋਇਆ, ਉਹ ਤਾਂ ਕੈਟੇਗਰੀ ਤਾਂ ਇੱਕੋ ਹੈ ਨਾ, ਚਾਹੇ ਕਾਂਗਰਸ 'ਚ ਬੈਠੇ ਨੇ, ਅਕਾਲੀ ਦਲ 'ਚ ਬੈਠੇ ਨੇ, ਆਮ ਆਦਮੀ ਪਾਰਟੀ 'ਚ ਬੈਠੇ ਨੇ, ਭਾਜਪਾ 'ਚ ਬੈਠੇ ਨੇ, ਇੱਕੋ ਕੈਟੇਗਰੀ ਦੇ ਲੋਕ ਨੇ। ਉਹਨਾਂ ਦਾ ਵੇ ਆਫ ਵਰਕਿੰਗ, ਉਹਨਾਂ ਦਾ ਲੋਕਾਂ ਨੂੰ ਡੀਲ ਕਰਨ ਦਾ ਢੰਗ ਤਰੀਕਾ ਇੱਕੋ ਹੈ। ਜਿਹਦਾ ਰਾਜ ਭਾਗ ਹੁੰਦਾ ਉਹ ਥੋੜ੍ਹਾ ਜਿਹਾ ਜ਼ਿਆਦਾ ਆਕੜਿਆ ਹੁੰਦਾ, ਜਿਹੜੇ ਅਪੋਜੀਸ਼ਨ ਨਾਲ ਥੋੜ੍ਹਾ ਜਿਹਾ ਘੱਟ ਆਕੜਿਆ ਹੁੰਦਾ, ਪਰ ਲੋਕਾਂ ਨਾਲ ਰਵੱਈਆ ਉਹਦਾ ਇਹੋ ਜਿਹਾ ਹੀ ਹੁੰਦਾ। ਅਤੇ ਜਦੋਂ ਉਹ ਰਵੱਈਏ ਦੀ ਵਜ੍ਹਾ ਕਰਕੇ ਅੱਜ ਅੰਦੋਲਨ ਵਿੱਚ ਹੋਰ ਕੋਈ ਮਜਬੂਰੀ ਨਹੀਂ ਹੈ। ਮਜਬੂਰੀ ਸਰਕਾਰ ਦੀ ਕੀ ਹੈ, ਉਹਨਾਂ ਨੇ ਪ੍ਰੈਸਟੀਜ ਇਸ਼ੂ ਬਣਾ ਲਿਆ। ਉਹਨਾਂ ਨੂੰ ਪਤਾ ਅਸੀਂ ਗਲਤ ਕਾਨੂੰਨ ਬਣਾ ਲਏ। ਉਹ ਬਾਰ-ਬਾਰ ਕਹਿੰਦੇ ਨੇ ਕੋਈ ਐਸਾ ਰਾਸਤਾ ਬਤਾਓ ਹਮਾਰੀ ਇੱਜ਼ਤ ਬਚ ਜਾਏ, ਆਪਕਾ ਕੰਮ ਬਣ ਜਾਏ। ਇਹਦੇ ਮਤਲਬ ਇਹ ਹੈ ਵੀ ਉਹ ਸਮਝਦੇ ਨੇ ਵੀ ਅਸੀਂ ਗਲਤ ਕਾਨੂੰਨ ਬਣਾ ਲਏ। ਇਹ ਮੰਨਦੇ ਨੇ, ਐਡਮਿਟ ਕਰਦੇ ਨੇ। ਜਦੋਂ ਆਮਣੋ ਸਾਹਮਣੇ ਬਹਿਨੇ ਆ ਉਹ ਬੜਾ ਕੁਝ ਐਡਮਿਟ ਕਰਦੇ ਨੇ। ਉਹਨਾਂ ਨੇ ਮੰਨ ਲਿਆ ਹੋਇਆ ਵੀ ਹਾਂ ਸਾਤੇ ਗਲਤੀ ਹੋ ਗਈ, ਪਰ ਇਹਦੇ 'ਚੋਂ ਨਿਕਲੀਏ ਕਿਵੇਂ? ਨਿਕਲਣ ਵਾਸਤੇ ਹਉਮੈ, ਜਿਹੜੀ ਈਗੋ ਜਾਂ ਰਾਜ ਹਟ ਲੋਕਾਂ ਨੇ ਤਾਕਤ ਦਿੱਤੀ ਵੋਟਾਂ ਨਾਲ, ਉਹ ਤਾਕਤ ਦੇ ਨਾਲ ਸਰਕਾਰੀ ਮਸ਼ੀਨਰੀ ਨੂੰ ਵਰਤਦੇ ਨੇ। ਹੁਣ ਇਹ ਲੋਕਾਂ ਦੇ ਖਿਲਾਫ ਹੀ ਮਸ਼ੀਨਰੀ ਵਰਤ ਰਹੇ ਨੇ। ਇਹਦਾ ਲੋਕਾਂ 'ਚ ਗੁੱਸਾ ਹੈ ਵੀ ਅੱਜ ਤੱਕ ਇਤਿਹਾਸ ਵਿੱਚ ਐਡਾ ਲੰਬਾ ਮੋਰਚਾ ਚੱਲਿਆ ਨਹੀਂ। ਇਹ ਲੋਕਾਂ ਦੀ ਗੱਲ ਸੁਣਦੇ ਨੇ। ਅਮਰੀਕਾ ਦਾ ਵਿਦੇਸ਼ ਮੰਤਰੀ ਆ ਕੇ ਗਿਆ ਇੱਥੇ, ਉਹਦੀ ਸਾਰੀ ਸਪੀਚ ਸੁਣੋ। ਉਹ ਬਾਰ-ਬਾਰ ਸਾਡੀ ਸਰਕਾਰ ਨੂੰ ਕਹਿ ਕੇ ਗਿਆ ਵੀ ਲੋਕਾਂ ਤੋਂ ਬਿਨਾਂ ਸਰਕਾਰ ਨਹੀਂ, ਡੈਮੋਕ੍ਰੇਸੀ 'ਚ ਲੋਕਾਂ ਤੋਂ ਬਿਨਾਂ ਸਰਕਾਰ ਦਾ ਕੋਈ ਵਜੂਦ ਨਹੀਂ ਹੁੰਦਾ। ਅਤੇ ਜੇ ਸਰਕਾਰਾਂ ਲੋਕਾਂ ਦੀ ਗੱਲ ਨਹੀਂ ਸੁਣਦੀਆਂ ਤੇ ਉਹਨਾਂ ਨੂੰ ਲੋਕ ਫਿਰ ਬਦਲ ਦਿੰਦੇ ਹੁੰਦੇ ਨੇ। ਇਸ ਕਰਕੇ ਇੱਥੇ ਦੀ ਸਥਿਤੀ ਜਿਹੜੀ ਹੈ, ਇਹ ਅਸਲੀਅਤ ਇਹ ਹੋ ਗਈ ਵੀ ਸਰਕਾਰਾਂ ਜਿੱਦ 'ਚ ਫਸੀਆਂ ਨੇ। ਆਪਣੇ ਹੀ ਕਿਸਾਨਾਂ ਨੂੰ ਗਾਲਾਂ ਕੱਢਦੀਆਂ ਇੱਕ ਤਰ੍ਹਾਂ ਨਾਲ, ਕਦੇ ਅੰਦੋਲਨ ਜੀਵੀ, ਖਾਲਿਸਤਾਨੀ, ਪਾਕਿਸਤਾਨੀ, ਫਿਰ ਗਾਲਾਂ ਤੱਕ ਉਤਰਿਆ। ਮਵਾਲੀ ਕਹਿਤਾ, ਇੱਕ ਤਰ੍ਹਾਂ ਦੀ ਗਾਲ ਕੱਢਦੀ ਸਾਰੀ ਕਿਸਾਨੀ ਨੂੰ। ਔਰ ਉਹ ਜਦੋਂ ਗਾਲਾਂ ਕੱਢ ਦਿੱਤੀਆਂ, ਉਹ ਪਿੰਡਾਂ 'ਚ ਬੈਠੇ ਖੇਤੀ ਕਰਨ ਵਾਲੇ ਲੋਕਾਂ ਦੇ, ਆਮ ਲੋਕਾਂ ਦੇ ਦਿਲਾਂ 'ਤੇ ਉਕਰੀ ਗਈ ਗੱਲ ਵੀ ਹੈ ਏਡੀ ਵੱਡੀ ਨਫ਼ਰਤ। ਮੈਂ ਜਿੱਦਣ ਮੈਂ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕੀਤਾ ਸਾਡੀ ਜਨ ਸੰਸਦ ਦੇ ਵਿੱਚ, ਉਹਦੇ ਵਿੱਚ ਮੈਂ ਇੱਕ ਸੈਂਟੈਂਸ ਬੋਲਿਆ ਸੀ, ਸਾਡਾ ਅਖਾਣ ਸੀ ਪੁਰਾਣਾ, ਬੋਲ ਸੋਹਣਿਆ ਪਤਾ ਲੱਗੇ ਤੂੰ ਅੰਦਰੋਂ ਕਿੰਨਾ ਕੁ ਸੋਹਣਾ ਹੈ। ਜਿੰਨੀ ਦੇਰ ਬੰਦਾ ਬੋਲਦਾ ਨਹੀਂ, ਪਤਾ ਨਹੀਂ ਉਹਦੇ ਅੰਦਰ ਕੀ ਹੈ। ਅਤੇ ਜਿਹੜਾ ਜਦੋਂ ਇਹਨਾਂ ਨੇ ਸਾਨੂੰ ਮਵਾਲੀ ਕਿਹਾ, ਇਹਦਾ ਮਤਲਬ ਉਹਦੀ ਜ਼ਹਿਰ ਜਿਹੜੀ ਅੰਦਰ ਉਹਦੇ ਸੀ ਉਹ ਬਾਹਰ ਆ ਗਈ। ਉਹ ਐਵੇਂ ਨਹੀਂ ਉਹ ਬੀਬੀ ਨੇ ਮਵਾਲੀ ਕਿਹਾ ਸਾਨੂੰ, ਉਹ ਪਾਰਟੀ ਦੇ ਸਾਰੇ ਹੀ ਸਾਨੂੰ ਗਾਲਾਂ ਕੱਢਦੇ ਨੇ। ਭਾਜਪਾ ਵਾਲੇ ਕਿਸਾਨ ਨੂੰ ਕਿਸਾਨ ਕਹਿ ਕੇ ਵੀ ਰਾਜੀ ਨਹੀਂ। ਪਤਾ ਉਹਨਾਂ ਨੂੰ ਸਾਰੇ ਕਿਸਾਨ ਨੇ, ਕਦੀ ਕੁਛ ਸ਼ਬਦ ਬੋਲਦੇ ਨੇ, ਕਦੇ ਕੁਛ। ਇਹ ਸਾਡੇ ਦਿਲ 'ਤੇ ਉਕਰੀ ਜਾ ਰਿਹਾ। ਇਹਦਾ ਵਿਰੋਧ ਹੈ ਜਿਹੜਾ, ਜਿਹਦੇ ਕਰਕੇ ਪੋਲੀਟੀਕਲ ਪਾਰਟੀਆਂ ਦੇ ਅੱਜ ਪੈਰ ਨਹੀਂ ਲੱਗ ਰਹੇ। ਲੋਕੀ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਲੋਕੀ ਚਿਹਰਾ ਦੇਖਣ ਨੂੰ ਵੀ ਤਿਆਰ ਨਹੀਂ, ਇੰਨੇ ਦੁਖੀ ਨੇ ਇਹਨਾਂ ਤੋਂ। ਤਾਂ ਇਹਨਾਂ ਨੂੰ ਹੁਣ ਕੋਈ ਉੱਪਰਲੇ ਬਚਾਵੇ ਤੱਕ ਬਚ ਜਾਣ, ਅਦਰਵਾਈਜ਼ ਲੋਕਾਂ ਦੇ ਮਨਾਂ 'ਚੋਂ ਇਹ ਨਿਕਲ ਗਏ। ਤੁਹਾਡੀ ਕਿਸੇ ਬੀਜੇਪੀ ਲੀਡਰ ਨਾਲ ਗੱਲਬਾਤ ਹੁੰਦੀ ਹੋਵੇ ਵੀ ਹੁਣ ਅਸੀਂ ਬਿੱਲ ਤਾਂ ਲੈ ਆਏ ਆ, ਫਸ ਗਏ, ਕੋਈ ਫੋਨ ਕਾਲ ਆਉਂਦੀ ਹੈ ਬੀਜੇਪੀ ਵਾਲੇ ਪਾਸੋਂ? ਨਹੀਂ, ਫੋਨ ਕਾਲ ਨਹੀਂ ਆਉਂਦੀ। ਉੱਦਾਂ ਜੇ ਕਿਤੇ ਇਕੱਲਾ ਤੋਂ ਇਕੱਲਾ ਮਿਲਦਾ ਤਾਂ ਫਿਰ ਇਹ ਗੱਲ ਕਰਦੇ ਨੇ ਵੀ ਹੁਣ ਆ ਗਏ,
ਅਸੀਂ ਨਿਕਲੀਏ ਕਿਵੇਂ, ਸਾਡੀ ਵੀ ਇੱਜ਼ਤ ਦਾ ਸਵਾਲ ਹੈ। ਕਦੇ ਕਹਿੰਦੇ ਨੇ ਦੇਖੋ ਜੀ ਪਾਰਲੀਮੈਂਟ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ ਵੀ ਕਾਨੂੰਨ ਬਣਿਆ ਤੁਰੰਤ ਉਹਦਾ ਵਿਰੋਧ ਹੋ ਗਿਆ ਤੇ ਉਹਨੂੰ ਤੁਰੰਤ ਸਰਕਾਰ ਵਾਪਸ ਲੈ ਲੇ, ਇਹ ਤਾਂ ਫਿਰ ਪਾਰਲੀਮੈਂਟ ਦੀ ਤੋਹੀਨ ਹੈ ਜੀ। ਇੱਦਾਂ ਦੀਆਂ ਚੋਪੜੀਆਂ ਦੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਨੂੰ ਇਹ ਪਤਾ ਵੀ ਅਸੀਂ ਗਲਤੀ ਕਰ ਬੈਠੇ, ਕਿਉਂਕਿ ਜਿਹੜੇ ਇਹ ਕਾਨੂੰਨ ਬਣਾਏ ਨੇ ਐਗਰੀਕਲਚਰ ਸਟੇਟ ਸਬਜੈਕਟ ਔਰ ਮਾਰਕੀਟਿੰਗ ਸਟੇਟ ਸਬਜੈਕਟ ਹੈ। ਅਸੀਂ ਜਿਹੜੇ ਕਾਨੂੰਨ ਬਣਾਏ ਨੇ ਅਸੀਂ ਤਾਂ ਮਾਰਕੀਟਿੰਗ ਵਾਸਤੇ ਜਾਂਦੇ ਹਾਂ ਆਪਣੀ ਫਸਲ ਦੀ, ਅਸੀਂ ਵਪਾਰ ਵਾਸਤੇ ਨਹੀਂ ਜਾਂਦੇ। ਉਹਨਾਂ ਨੇ ਕਾਨੂੰਨ ਬਣਾਇਆ ਵਪਾਰ ਵਾਸਤੇ, ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਗਲਤ ਕੀਤਾ, ਤੁਹਾਡਾ ਤਾਂ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਤਾਂ ਉਹਨਾਂ ਨੂੰ ਇਹ ਸਮਝ ਪਈ ਹੈ ਵੀ ਅਸੀਂ ਗਲਤ ਬਣਾ ਬੈਠੇ, ਪਰ ਹੁਣ ਉਹਨਾਂ ਨੂੰ ਜਿਹੜੀ ਉਹਨਾਂ ਦੇ ਅੰਦਰ ਹੈ ਰਾਜ ਹੱਟ ਹੈ ਔਰ ਈਗੋ ਹੈ, ਉਹਨੂੰ ਪੱਠੇ ਨਹੀਂ ਪੈਂਦੇ। ਇਹ ਸਭ ਤੋਂ ਵੱਡਾ ਰੋੜਾ ਹੈ। ਹੁਣ ਇਹ ਵੀ ਚਰਚਾ ਕਿਤੇ ਛਿੜ ਗਈ ਸੀ, ਬੀਜੇਪੀ ਦੇ ਲੀਡਰ ਵੀ ਕਈ ਕਹਿਣ ਲੱਗ ਪਏ ਸੀ ਜੇ ਅੱਜ ਬਿੱਲ ਵਾਪਸ ਹੋ ਜਾਂਦੇ ਨੇ ਕਿਸਾਨੀ ਵਾਲੇ ਤੇ ਕੱਲ ਨੂੰ ਫਿਰ ਕਸ਼ਮੀਰ ਵਾਲਾ ਜਿਹੜਾ 370 ਧਾਰਾ ਤੋੜੀ ਹੈ ਉੱਥੇ ਵੀ ਫਿਰ ਵਿਰੋਧ ਹੋਣ ਲੱਗ ਪਊਗਾ। ਇੱਥੇ ਵੀ ਕਿਤੇ ਗੱਲ ਫਸੀ ਕਿ ਬਾਕੀ ਬਿੱਲਾਂ ਬਾਰੇ ਵੀ ਲੋਕੀ ਫਿਰ ਵਿਰੋਧ ਕਰਨਗੇ। ਨਹੀਂ, ਉਹਨਾਂ ਦੀ ਆਪਣੀ ਸੋਚ ਨਹੀਂ ਇੱਦਾਂ ਦੀਆਂ ਗੱਲਾਂ ਕਰ। ਅਸਲ 'ਚ ਗੱਲ ਇਹ ਹੈ ਵੀ ਸਰਕਾਰਾਂ ਜਦੋਂ ਲੋਕਾਂ ਤੋਂ ਦੂਰ ਹੋ ਕੇ ਸੋਚਦੀਆਂ, ਲੋਕਾਂ ਦੇ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਨਹੀਂ ਵਿਚਾਰ ਕਰਦੀਆਂ, ਫਿਰ ਇੱਦਾਂ ਦੇ ਕੰਮ ਗਲਤ ਕਰਦੀਆਂ। ਫਿਰ ਉਹਨਾਂ ਨੂੰ ਇਹ ਜਿਹੜਾ ਭੂਤ ਹੈ ਡਰਾਈ ਜਾਂਦਾ। ਹੁਣ 377 ਡਰਾਉਂਦਾ ਉਹਨਾਂ ਨੂੰ, ਕਦੇ ਮੁਸਲਮਾਨਾਂ ਦਾ ਮੁੱਦਾ ਡਰਾਉਂਦਾ ਹੈ, ਕਦੇ ਕੋਈ ਇਸ ਤਰ੍ਹਾਂ ਦੀਆਂ। ਇਹ ਉਹਨਾਂ ਦੇ ਆਪ ਕ੍ਰੀਏਟ ਕੀਤੇ ਹੋਏ ਭੂਤ ਨੇ ਜਿਹੜੇ ਉਹਨਾਂ ਨੂੰ ਡਰਾਈ ਜਾ ਰਹੇ ਨੇ। ਲੋਕਾਂ ਦੇ ਵਿੱਚ ਕਿੰਨਾ ਕੁ ਹਾਲੇ ਇਹਦੇ ਬਾਰੇ ਕੋਈ ਕਹਿ ਨਹੀਂ ਸਕਦੇ। ਹਾਲੇ ਤਾਂ ਹੁਣ ਕਿਤੇ ਚਰਚਾ ਨਹੀਂ ਹੈਗੀ 370 ਦੀ, ਜੰਮੂ ਕਸ਼ਮੀਰ 'ਚੋਂ ਕੋਈ ਇੱਦਾਂ ਦੀ ਆਵਾਜ਼ ਉੱਠਦੀ ਨਜ਼ਰ ਨਹੀਂ ਆਉਂਦੀ, ਪਰ ਇਹਨਾਂ ਨੂੰ ਡਰ ਬਹੁਤ ਲੱਗੀ ਜਾਂਦਾ। ਇੱਦਾਂ ਹੀ ਜਦੋਂ ਵੀ ਤੁਸੀਂ ਕੋਈ ਸਰਕਾਰ ਲੋਕਾਂ ਦੀਆਂ ਇੱਛਾਵਾਂ ਦੇ ਉਲਟ ਫੈਸਲਾ ਲਏਗਾ, ਰਿਐਕਸ਼ਨ ਹੋਏਗਾ। ਇੱਕ ਹੋਰ ਵੀ ਚਰਚਾ ਛਿੜ ਜਾਂਦੀ ਹੈ ਕਿ ਜਿਵੇਂ ਪੰਜਾਬ ਦੀ ਗੱਲ ਕਰ ਲਈਏ, ਹਰਿਆਣੇ ਦੀ ਗੱਲ ਕਰ ਲਈਏ, ਜਾਂ ਅਲੱਗ-ਅਲੱਗ ਤਰੀਕੇ ਦੇ ਨਾਲ ਸਾਰੀ ਜਥੇਬੰਦੀਆਂ ਉੱਥੇ ਬੈਠੀਆਂ ਹੋਈਆਂ ਨੇ, ਲੰਬੇ ਮੋਰਚੇ ਦੀ ਬੜੀ ਸਵਾਲ ਚੱਕਣ ਵਾਲੇ ਚੁੱਕ ਦਿੰਦੇ ਨੇ ਕਿ ਮੋਰਚਾ ਲੰਬਾ ਹੋ ਗਿਆ, ਇਸ ਨਿਕਲੂਗਾ ਕੀ। ਮੈਂ ਹੁਣ ਖੁਦ ਜਾ ਕੇ ਸਿੰਘੂ ਮੋਰਚੇ ਦੇ ਜਾ ਕੇ ਆਇਆ, ਕਿਸਾਨ ਤਾਂ ਅੱਜ ਵੀ 9-9 ਮਹੀਨੇ ਤੋਂ ਘਰ ਵੀ ਨਹੀਂ ਗਏ, ਇਹੀ 'ਚ ਬੈਠੇ ਨੇ। ਫਿਰ ਲੰਬੇ ਹੋਣ ਦੇ ਵਿੱਚ ਜਿਹੜੇ ਸਵਾਲ ਉੱਪਰ ਬੋਲਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਪਿਛਲੇ 8-8.5 ਮਹੀਨੇ ਤੋਂ ਹੀ ਨਹੀਂ, ਇਹ ਮੋਰਚਾ ਤਾਂ ਬਹੁਤ ਦੇਰ ਪਹਿਲਾਂ 2 ਮਹੀਨੇ ਅਸੀਂ ਰੇਲਵੇ ਲਾਈਨਾਂ ਤੇ ਬੈਠੇ ਰਹੇ, ਤੇ ਪਹਿਲਾਂ ਮੁਜ਼ਾਹਰੇ ਧਰਨੇ, ਕਦੇ ਭਾਰਤ ਬੰਦ, ਕਦੇ ਪੰਜਾਬ ਬੰਦ, ਤਾਂ ਕਰਦੇ ਰਹੇ ਆ। ਅੰਦੋਲਨ ਤਾਂ ਸਾਲ ਦੇ ਕਰੀਬ ਹੋ ਚੱਲਿਆ, ਪਰ ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਵੀ ਇਹ ਅੰਦੋਲਨ ਇਹਨੇ ਲੋਕ ਖੜੇ ਕਰਤੇ ਪੰਜਾਬ ਦੇ, ਔਰ ਸਾਰੇ ਹਰਿਆਣੇ ਦੇ, ਪੰਜਾਬ ਦੇ, ਸਾਰੇ ਦੇਸ਼ ਵਿੱਚ। ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਵਿਰੋਧ ਸ਼ੁਰੂ ਹੋਇਆ ਪੋਲੀਟੀਕਲ ਲੀਡਰਸ਼ਿਪ ਦੇ ਖਿਲਾਫ। ਮੈਂ ਸਮਝਦਾ ਦੇਸ਼ ਲਈ ਇਹ ਸ਼ੁਭ ਸ਼ਗਨ ਹੈ। ਇਸ ਅੰਦੋਲਨ ਦੀ ਇਹ ਵੀ ਵੱਡੀ ਪ੍ਰਾਪਤੀ ਹੈ, ਲੋਕਾਂ ਦਾ ਖੜੇ ਹੋ ਜਾਣਾ, ਜਾਣ ਬੁੱਝ ਕੇ, ਮਤਲਬ ਗੱਲ ਨੂੰ ਸਮਝ ਕੇ ਫਿਰ ਖੜੇ ਹੋ ਜਾਣਾ, ਇਹ ਮਾਨਸਿਕ ਤੌਰ ਤੇ ਲੜਾਈ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ। ਹੁਣ ਇੱਥੋਂ ਅਸੀਂ ਉੱਥੋਂ ਕਾਲ ਦਿੰਦੇ ਹਾਂ, ਆਪਣੇ ਆਪ ਉੱਥੇ ਜਥੇ ਜਾਂਦੇ ਨੇ, ਜਿਹੜੀ ਰਿਪਲੇਸਮੈਂਟ ਹੁੰਦੀ ਹੈ, ਇੱਕ ਪਿੰਡ 'ਚੋਂ 10 ਬੰਦੇ ਗਏ, ਉਹ ਫਿਰ ਹਫ਼ਤਾ ਰਹਿ ਕੇ ਦੂਜੇ ਜਦੋਂ ਜਾਂਦੇ ਨੇ ਫਿਰ ਉਹ ਵਾਪਸ ਆ ਜਾਂਦੇ ਨੇ। ਇੱਕ ਰੋਟੇਸ਼ਨ ਬਣੀ ਹੈ। ਅਸੀਂ ਇਹਦੇ ਵਿੱਚ ਹਰ ਇੱਕ ਦੀ ਭਾਗੀਦਾਰੀ ਹੈ, ਹਰੇਕ ਬੰਦਾ ਆਪੋ ਆਪਣੀ ਕੰਟਰੀਬਿਊਸ਼ਨ ਇਹਦੇ ਵਿੱਚ ਦਿੰਦਾ ਹੈ। ਤੇ ਇਹ ਇੱਕ ਵੱਡੀ ਪ੍ਰਾਪਤੀ ਹੈ ਵੀ ਰੋਟੇਸ਼ਨ 'ਚ ਚੱਲਦਾ ਹੈ। ਵੱਡੀ ਪ੍ਰਾਪਤੀ ਹੈ ਵੀ ਇਹਨੇ ਸਾਰੇ ਦੇਸ਼ ਵਿੱਚ ਅਵੇਅਰਨੈਸ ਲਿਆਂਦੀ। ਵੱਡੀ ਪ੍ਰਾਪਤੀ ਹੈ ਇੱਥੇ ਜਿਹੜੀਆਂ ਕਮਿਊਨਲ ਫੋਰਸਿਸ ਨੇ ਉਹ ਗੁੱਠੇ ਲਾਤੀਆਂ। ਹਿੰਦੂਤਵ ਦਾ ਏਜੰਡਾ ਕਿਤੇ ਲੱਭਦਾ ਨਹੀਂ, ਤੇ ਜਿਹੜਾ ਭਾਜਪਾ ਦਾ ਮੁੱਖ ਏਜੰਡਾ RSS ਦਾ ਸਾਰੇ ਦੇਸ਼ ਵਿੱਚ ਇੱਥੇ ਹਿੰਦੂਆਂ ਦਾ ਹਿੰਦੁਸਤਾਨ ਹੈ, ਉਹ ਹੁਣ ਕੋਈ ਉਹਦਾ ਨਾਮ ਨਹੀਂ ਲੈਂਦਾ। ਕਦੇ ਮੰਦਿਰ ਮਸਜਿਦ ਦੇ ਨਾਂ ਤੇ ਬਰਗਲੋਂ ਦੇ ਬਣਾਈ ਜਾ ਰਹੇ ਮੰਦਿਰ, ਪਰ ਉਹਨਾਂ ਨੂੰ ਲੱਗਦਾ ਵੀ ਅਸੀਂ ਨੇੜੇ ਜਾ ਕੇ 2024 'ਚ ਮੰਦਿਰ ਦਾ ਕੋਈ ਕ੍ਰਿਸ਼ਮਾ ਦਿਖਾ ਕੇ ਵੋਟਾਂ ਲੈ ਲਾਂਗੇ। ਪਰ ਅੱਜ ਲੋਕਾਂ ਨੂੰ ਸਮਝ ਪੈ ਗਿਆ, ਪਹਿਲਾਂ ਸਾਡੀ ਢਿੱਡ ਦੀ ਭੁੱਖ ਦੂਰ ਹੋਊ, ਫਿਰ ਤਾਂ ਹੀ ਮੰਦਿਰ ਜਾਵਾਂਗੇ। ਜੇ ਕੱਲ ਨੂੰ PM ਸਾਹਿਬ ਰੈਲੀ ਕਰਨ, ਮੋਦੀ ਸਾਹਿਬ ਪੰਜਾਬ ਦੇ ਵਿੱਚ ਆ ਕੇ ਰੈਲੀ ਹੋਣ ਦੋਗੇ? ਇਹ ਤਾਂ ਮੇਰਾ ਓਪਨ ਚੈਲੰਜ ਹੈ ਵੀ ਮੋਦੀ ਜੀ 'ਚ ਹਿੰਮਤ ਹੈ ਇੱਕ ਰੈਲੀ ਕਰਕੇ ਦਿਖਾਉਣ ਸਾਨੂੰ ਪੰਜਾਬ 'ਚ, ਤੇ ਜੇ ਉਹ ਇੱਥੇ ਰੈਲੀ ਕਰ ਗਏ ਮੈਂ ਤਾਂ ਘੱਟੋ ਘੱਟ ਵਿਡਰਾ ਕਰ ਦੂੰਗਾ ਵੀ ਮੈਂ ਫੇਲ ਹੋ ਗਿਆ। ਔਰ ਮੈਨੂੰ ਇੰਨਾ ਭਰੋਸਾ ਪੰਜਾਬ ਦੇ ਲੋਕਾਂ ਦੇ, ਇਹਨਾਂ ਦੀ ਹਿੰਮਤ ਨਹੀਂ, ਇੱਧਰ ਨੂੰ ਜੁਰਤ ਵੀ ਨਹੀਂ ਕਰ ਸਕਦੇ ਪੰਜਾਬ 'ਚ ਰੈਲੀ ਕਰਨੀ। ਆਮ ਮੀਟਿੰਗਾਂ ਵਿੱਚ ਮੀਡੀਆ ਵਾਲਿਆਂ ਨੂੰ ਬੜਾ ਰਹਿੰਦਾ ਹੈ, ਸਾਡੇ 32 ਜਥੇਬੰਦੀਆਂ, ਫਿਰ ਜਿੱਦਣ ਜਨਰਲ ਬੋਡੀ ਦੀ ਮੀਟਿੰਗ ਹੁੰਦੀ ਉਦੋਂ 40 ਨੇ ਹਰਿਆਣੇ ਦੀਆਂ ਪਾ ਕੇ, UP ਦੀਆਂ ਪਾ ਕੇ। ਅੰਦਰ ਜਦੋਂ ਅਸੀਂ ਇਹਦੀ ਥ੍ਰੈਡਬੇਅਰ ਡਿਸਕਸ਼ਨ ਕਰਦੇ ਹਾਂ ਨਾ ਇਸ਼ੂਜ਼ ਦੀ, ਉਹ 6-6 ਘੰਟੇ ਮੀਟਿੰਗ ਚੱਲੀ ਜਾਂਦੀ ਹੈ। ਕਦੇ ਰੌਲਾ ਵੀ ਪੈਂਦਾ ਹੈ, ਫਿਰ ਠੀਕ ਹੋ ਜਾਂਦਾ ਹੈ, ਫਿਰ ਰੌਲਾ ਪੈਂਦਾ ਹੈ। ਬਾਹਰ ਮੀਡੀਆ ਖੜਾ ਸੋਚਦਾ ਵੀ ਪਤਾ ਨਹੀਂ ਅੱਜ ਤਾਂ ਡਾਂਗ ਖੜਕ ਗਈ, ਵੀ ਹੁਣ ਤਾਂ ਇਹ ਟੁੱਟ ਗਏ, ਤਾਂ ਭੱਜ ਗਏ। ਪਰ ਬੜਾ ਸਪਸ਼ਟ ਕਰਦੇ ਹਾਂ, ਮੈਂ ਬਹੁਤ ਆਨੰਦ ਆਉਂਦਾ ਉਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ। ਔਰ ਜਦੋਂ ਫੈਸਲਾ ਕਰਦੇ ਹੋ ਤੇ ਬਾਅਦ ਸਾਰੇ ਜੱਫੀ ਪਾ ਕੇ ਨਿਕਲਦੇ ਨੇ। ਇੱਕ ਗੱਲ। ਦੂਸਰੀ ਇਹ ਵੀ ਬੜੀ ਵੱਡੀ ਪ੍ਰਾਪਤੀ ਹੈ ਭਈ ਲੋਕਾਂ 'ਚ ਅਵੇਅਰਨੈਸ ਇੰਨੀ ਹੈ, ਲੀਡਰਸ਼ਿਪ ਦੇ ਦਿਮਾਗ 'ਤੇ ਹਰ ਵੇਲੇ ਇਹ ਗੱਲ ਰਹਿੰਦੀ ਹੈ ਵੀ ਜੇ ਮੈਂ ਥੋੜ੍ਹੀ ਜਿਹੀ ਵੀ ਇੱਧਰ ਉੱਧਰ
ਮੋਰਚੇ ਨੂੰ ਧੋਖਾ ਦੇਣ ਦੀ ਗੱਲ ਕੀਤੀ ਤਾਂ ਲੋਕਾਂ ਨੇ ਬਖਸ਼ਣਾ ਨਹੀਂ। ਲੋਕਾਂ ਦਾ ਦਬਾਅ ਇੰਨਾ ਜ਼ਿਆਦਾ ਹੈ ਲੀਡਰਸ਼ਿਪ ਦੇ ਉੱਤੇ, ਔਰ ਲੋਕਾਂ ਦਾ ਹੀ ਦਬਾਅ ਸਰਕਾਰ ਦੇ ਉੱਤੇ ਵੀ ਕੋਈ ਇਹੋ ਜਿਹੀ ਗਲਤ ਹਰਕਤ ਕਰ ਨਹੀਂ ਸਕਦਾ, ਜਿਹੜਾ ਕਰੂ ਉਹ ਮਰ ਜੂ। ਜੇ ਹੁਣ ਚੋਣਾਂ ਦੀ ਗੱਲ ਕਰੀਏ, ਕੋਈ ਲੀਡਰਸ਼ਿਪ ਸੋਚਦੀ, ਜਿਵੇਂ ਚੜੂਨੀ ਸਾਹਿਬ ਨੇ ਸੋਚਿਆ, ਹੋਰ ਵੀ ਕੋਈ ਲੀਡਰ ਸੋਚਦੇ ਨੇ ਵੀ ਅਸੀਂ ਸਿਆਸੀ ਪੱਖੋਂ ਜਾਈਏ, ਸਿਆਸਤ ਵਿੱਚ ਜਾਈਏ, ਜਾ ਕੇ ਸ਼ਾਇਦ ਕੋਈ ਹੱਲ ਹੋ ਜਾਊਗਾ, ਤੇ ਉਹ ਲੀਡਰਸ਼ਿਪ ਕਿਸ ਤਰੀਕੇ ਨਾਲ ਫਿਰ ਤੁਸੀਂ ਉਹਨਾਂ ਨਾਲ ਬੈਠਦੇ ਹੋ, ਗੱਲਬਾਤ ਹੁੰਦੀ ਹੈ ਜਾਂ ਤੁਹਾਡਾ ਰਾਬਤਾ ਹੁੰਦਾ? ਦੇਖੋ ਇਹ ਨਹੀਂ ਮੈਂ ਕਹਿ ਸਕਦਾ ਬਈ ਅਸੀਂ ਇੰਨੇ ਹੀ ਇਮਿਊਨ ਆ, ਅਸੀਂ ਸੋਚਦੇ ਹੀ ਨਹੀਂ। ਇਹ ਇੱਕ ਇਸ਼ੂ ਹੈਗਾ, ਅਸੀਂ ਆਪੋ ਵਿੱਚ ਹੀ ਜਦੋਂ ਮਿਲਦੇ ਹਾਂ ਇਕੱਲੇ ਇਕੱਲੇ ਮੇਰੇ ਕੋਲ ਆ ਕੇ ਸਾਰੇ ਗੱਲਾਂ ਕਰਦੇ ਨੇ, ਅਸੀਂ ਸਾਰੇ ਗੱਲਾਂ ਕਰਦੇ ਰਹਿੰਦੇ ਹਾਂ। ਪਰ ਇੱਕ ਗੱਲ ਤੇ ਸਾਡਾ ਫੈਸਲਾ ਤੈਅ ਹੈ ਗੱਲ, ਬਈ ਅੱਜ ਸਾਡਾ ਨਿਸ਼ਾਨਾ ਜਿਹੜਾ ਇਹ ਮੋਰਚਾ ਹੈ। ਮੋਰਚੇ ਦੀਆਂ ਜਿੱਦਣ ਮੰਗਾਂ ਮੰਨੀਆਂ ਗਈਆਂ ਉਹ ਤੋਂ ਬਾਅਦ ਅਸੀਂ ਬੈਠਾਂਗੇ, ਕੋਈ ਵੀ ਫੈਸਲਾ ਹੋ ਸਕਦਾ ਫਿਰ, ਪਰ ਅੱਜ ਨਹੀਂ। ਅੱਜ ਸਾਰਿਆਂ ਨੇ ਕਿਹਾ ਵੀ ਅੱਜ ਸਾਡਾ ਮੱਛੀ ਦੀ ਅੱਖ ਵਾਂਗ ਸਾਡੀਆਂ ਮੰਗਾਂ ਸਾਡਾ ਨਿਸ਼ਾਨਾ ਹੈ। ਜੇ ਕੋਈ ਇਕੱਲਾ ਤੋਂ ਇਕੱਲਾ ਤੁਰਿਆ ਫਿਰਦਾ ਹੈ, ਉਹ ਤੁਰਿਆ ਫਿਰੇ ਉਹਨੂੰ ਪਸੰਦ ਵੀ ਕੋਈ ਨਹੀਂ ਕਰਦਾ, ਫਿਰ ਉਹ ਉੱਥੇ ਵਿੱਚ ਆ ਕੇ ਜਦੋਂ ਬਾਗ 'ਚ ਰਲਦੇ ਹੈ, ਉਹ ਬਾਗ ਵਿੱਚ ਉਹ ਫਿਰ ਇਕੱਲੇ ਇਕੱਲੇ ਜੇ ਤੁਰਦੇ ਹੈ, ਉਹ ਗਲਤੀ ਉਹਨਾਂ ਨੂੰ ਅਹਿਸਾਸ ਹੁੰਦਾ ਹੈ, ਪਰ ਫਿਰ ਵੀ ਉਹ ਤੁਰੇ ਹੋਇਆ ਕਿਉਂਕਿ ਮੂੰਹੋਂ ਨਿਕਲ ਗਈ। ਕਈ ਵਾਰੀ ਜੱਟ ਦੀ ਜਿੱਦ ਹੁੰਦੀ ਹੈ, ਉਹ ਜਿੱਦ ਜੀ ਪੁਗਾਈ ਜਾਂਦੇ ਨੇ, ਉੱਦਾਂ ਇਹਦੇ ਪਿੱਛੇ ਕੁਝ ਨਹੀਂ ਹੈ। ਕਈਆਂ ਨੂੰ ਤਾਂ ਇਹ ਵੀ ਅਹਿਸਾਸ ਹੋ ਰਿਹਾ 26 ਤੋਂ ਬਾਅਦ, ਜਿਸ ਤਰੀਕੇ ਨਾਲ ਸਟੇਜ ਦੇ ਉੱਪਰ ਗੱਦਾਰ ਵੀ ਕਹੇ ਗਏ, ਅੱਜ ਉਹ ਵੀ ਕਹਿੰਦੇ ਨੇ ਵੀ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ, ਸਾਰਿਆਂ ਨੂੰ ਇਕੱਠੇ ਹੋ ਕੇ ਲੈਣ ਦੀ ਲੋੜ ਹੈ। ਫਿਰ ਕੀ ਇਕੱਠੇ ਲਓਗੇ, ਉਹਨਾਂ ਨੂੰ ਲੈ ਕੇ ਚੱਲੋਗੇ ਨਾਲ? ਨਹੀਂ, ਦੇਖੋ ਬੜੀ ਸਪਸ਼ਟ ਜੀ ਗੱਲ ਹੈ। ਕੁਝ ਲੋਕ ਨੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਖੜਾ ਕਰਨ ਵਾਸਤੇ ਪਿਛਲੇ, ਮੈਂ ਤਾਂ 2017 ਦੀ 10 ਅਕਤੂਬਰ ਤੋਂ ਲੱਗਿਆ ਹੋਇਆ। ਚਲੋ ਡਾਕੂਮੈਂਟ ਇਕੱਠੇ ਕੀਤੇ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾ ਕੇ ਬਹਿਸ ਕੀਤੀ, ਫਿਰ ਸਾਰਾ ਭਾਈਚਾਰਾ ਇਕੱਠਾ ਕੀਤਾ, ਸਾਰਾ ਭਾਈਚਾਰਾ ਇਕੱਠਾ ਹੋ ਕੇ ਤੁਰਿਆ। ਸਾਡੀ ਸਾਰਿਆਂ ਦੀ ਇਹ ਸੋਚ ਹੈ ਵੀ ਜਿਨ੍ਹਾਂ ਨੇ ਆਪਣੀ ਜਾਨ ਲਾ ਕੇ ਇਹ ਅੰਦੋਲਨ ਨੂੰ ਇੱਥੇ ਲਿਆਂਦਾ ਹੈ, ਇੱਕ ਤਾਂ ਉਹ ਲੋਕ ਨੇ, ਇੱਕ ਉਹ ਲੋਕ ਨੇ ਜਿਹੜੇ ਜਦੋਂ ਅੰਦੋਲਨ ਇੱਥੇ ਆ ਗਿਆ ਉਦੋਂ ਮੀਡੀਆ ਦੇ ਸਹਾਰੇ ਜਾਂ ਕੁਝ ਹੋਰ ਉਹਨਾਂ ਦੀਆਂ ਜਿਹੜੀਆਂ ਫੋਰਸਿਸ ਸਪੋਰਟ ਕਰਨ ਵਾਲੀਆਂ ਸੀ, ਉਹਨਾਂ ਦੇ ਸਹਾਰੇ ਸਾਡੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕੀਤੀ, ਸਾਨੂੰ ਡਰਾਇਆ ਵੀ ਯੂਥ ਸਾਡੇ ਨਾਲ ਹੈ। ਯੂਥ ਸਾਡੇ ਨਾਲ ਸੀ, ਸਾਡੇ ਵਾਲੇ ਨੂੰ ਤਾਂ ਯੂਥ ਗਿਣਦੇ ਹੀ ਨਹੀਂ ਸੀ। ਉਹ ਇੰਨਾ ਪ੍ਰਚਾਰ ਕੀਤਾ, ਉਹਨਾਂ ਕੋਲ ਪੈਸਾ ਬੜਾ, ਪੈਸੇ ਨਾਲ ਉਹ ਸਾਰਾ ਕੁਝ ਕਰਦੇ ਨੇ। ਉਹਨਾਂ ਨੇ ਪ੍ਰਚਾਰ ਬਹੁਤ ਕੀਤਾ, ਉਹਨਾਂ ਨੇ ਸਾਨੂੰ ਡਰਾਇਆ ਬਹੁਤ, ਪਰ ਅਸੀਂ ਸਾਰੇ ਅਡੋਲ ਰਹੇ, ਆਪਣੀ ਸੋਚ ਦੇ ਉੱਤੇ ਹੀ ਪਹਿਰਾ ਦਿੰਦੇ ਰਹੇ। ਕੋਈ ਡਰਿਆ ਨਹੀਂ, ਕੋਈ ਆਪਣੇ ਜਿਹੜੀ ਲਾਈਨ ਸੀ ਸਾਡੀ ਉਹ ਤੋਂ ਥਿੜਕਿਆ ਨਹੀਂ। ਇਹ ਹੁਣ ਜੇ ਉਹ ਲੋਕ ਕਹਿੰਦੇ ਨੇ ਇੱਕ ਵਾਰੀ ਵਿਸ਼ਵਾਸ ਗਵਾ ਚੁੱਕੇ ਲੋਕ ਨੇ, ਸਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਿਹੜੀ ਫੋਰਸ ਕਿਸ ਪਾਸਿਓਂ ਆ ਰਹੀ ਹੈ। ਇਹ ਵੀ ਅਸੀਂ ਸਮਝਦੇ ਹਾਂ, ਸਾਨੂੰ ਉਹਦੇ ਨਾਂ ਲੈਣ ਦੀ ਲੋੜ ਜ਼ਰੂਰਤ ਨਹੀਂ, ਪਰ ਮੈਂ ਚੰਗੀ ਤਰ੍ਹਾਂ, ਮੇਰੇ ਸਾਥੀ ਚੰਗੀ ਤਰ੍ਹਾਂ ਸਮਝਦੇ ਨੇ ਵੀ ਕਿਹੜੀ ਫੋਰਸ ਨੂੰ ਕੌਣ ਸਪੋਰਟ ਕਰ ਰਿਹਾ, ਕਿਹੜੀ ਫੋਰਸ ਕਾਹਦੇ ਵਾਸਤੇ ਸਾਡੇ ਵਿੱਚ ਐਂਟਰ ਕਰਨਾ ਚਾਹੁੰਦੀ ਹੈ, ਕਿਹੜੀ ਫੋਰਸ ਕਿਉਂ ਮੋਰਚੇ ਨੂੰ ਢਾਹ ਲਾਉਣ ਵਾਸਤੇ ਤਰਲੋ ਮੱਛੀ ਹੁੰਦੀ ਹੈ। ਇਸ ਕਰਕੇ ਜਿਹਨੇ ਸਪੋਰਟ ਕਰਨੀ ਬਾਹਰੋਂ ਕਰੀ ਜਾਏ, ਤੇ ਹੁਣ ਅੰਦਰ ਕਿਸੇ ਨੂੰ ਐਂਟਰ ਕਰਨ ਦੀ ਉਹ ਤਾਂ ਰੈਜ਼ੋਲੂਸ਼ਨ ਹੋ ਕੇ ਪਾਸ ਹੋ ਗਿਆ ਵੀ ਨਵਾਂ ਬੰਦਾ ਕੋਈ ਐਂਟਰ ਨਹੀਂ ਕਰੇਗਾ। ਹੁਣ ਕਿਸੇ ਨੂੰ ਜਾਣ ਨਹੀਂ ਦੋਗੇ ਜੋ ਹੁਣ ਕਹਿੰਦੇ ਨਾ? ਜਿਹੜੀ ਬਾਡੀ ਡਿਸਕਸ ਕਰਦੀ ਹੈ ਪਾਲਿਸੀ ਡਿਸੀਜਨ ਲੈਣ ਵਾਲੀ, ਉਹਦੇ ਵਿੱਚ ਕੋਈ ਨਵਾਂ ਬੰਦਾ ਨਹੀਂ ਐਂਟਰ ਕਰੇਗਾ। ਕੋਈ ਸਪੋਰਟ ਕਰਨਾ ਆਉਂਦਾ ਉਹਦੇ ਅਸੀਂ ਧੰਨਵਾਦੀ ਹੋਵਾਂਗੇ। ਇੱਕ ਆਖਰੀ ਸਵਾਲ ਹੈ, ਕਿਹਾ ਵੀ ਜਾਂਦਾ ਕਿ ਸ਼ਾਇਦ ਬਹੁਤ ਘੱਟ ਆਗੂਆਂ ਨੇ ਜਾਂ ਬਹੁਤ ਘੱਟ ਇਹ ਚੀਜ਼ ਦੀ ਚਰਚਾ ਵੀ ਹੋਈ ਕਿ ਕਿਸਾਨ ਆਗੂ 26 ਨੂੰ ਪਿੱਛੇ ਸੀ ਪੰਜਾਬ 'ਚ, ਨੌਜਵਾਨ ਅੱਗੇ ਲੈ ਗਏ, ਤੇ ਜਿਨ੍ਹਾਂ ਨੂੰ ਸਟੇਜ ਤੋਂ ਗਦਾਰ ਕਿਹਾ ਗਿਆ ਉਹ ਵੀ ਅੱਗੇ ਚਲੇ ਗਏ, ਤੇ ਅੱਜ ਉਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਸਾਰੇ ਅੱਗੇ ਸੀ, ਕਿਸਾਨ ਆਗੂ ਤਾਂ ਪੰਜਾਬ ਵਿੱਚ ਹੈਗੇ ਸੀ। ਨਹੀਂ, ਉਹ ਕੁਝ ਵੀ ਕਹਿਣ, ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਲੋਕੀ ਉਹਨਾਂ ਨੂੰ ਵੀ ਸਮਝਣ ਲੱਗ ਗਏ, ਸਾਨੂੰ ਵੀ ਸਮਝਣ ਲੱਗ ਗਏ। ਸਾਡਾ ਤਾਂ ਸਿੱਧੀ, ਸਾਡਾ ਮੈਂ ਜਿਵੇਂ ਪਹਿਲਾਂ ਕਿਹਾ, ਮੱਛੀ ਦੀ ਅੱਖ ਵਾਂਗ ਸਾਡੇ ਮੋਰਚੇ ਦੀਆਂ ਮੰਗਾਂ ਉੱਤੇ ਸਾਡਾ ਧਿਆਨ ਕੇਂਦਰਿਤ ਹੈ। ਉਹਦੇ ਲਈ ਅਸੀਂ ਲੜ ਰਹੇ ਹਾਂ। ਸਾਡੇ ਨਾਲ ਨਾ ਯੂਥ ਕਦੇ ਪਿੱਛੇ ਹੋਇਆ, ਨਾ ਅੱਜ ਪਿੱਛੇ ਹੈ, ਨਾ ਅੱਗੇ ਹੋਏਗਾ। ਔਰ ਯੂਥ ਨੂੰ ਅਸੀਂ ਸਮਝਦੇ ਹਾਂ ਸਾਡੇ ਬੱਚੇ ਨੇ, ਸਾਨੂੰ ਕੋਈ ਬਾਹਰੋਂ ਆ ਕੇ ਕਿਉਂ ਸਮਝਾਊਗਾ ਜੀ ਆਪਣੇ ਬੱਚਿਆਂ ਨਾਲ ਕਿਵੇਂ ਡੀਲ ਕਰਨਾ? ਸਾਨੂੰ ਆਉਂਦਾ ਹੈ। ਸਾਡੇ ਬੱਚਿਆਂ ਨੂੰ ਕਿਹੜਾ ਥਾਂ ਦੇਣਾ ਹੈ ਸਾਨੂੰ ਆਉਂਦਾ ਹੈ। ਅਸੀਂ ਐਵੇਂ ਨਹੀਂ, ਜਿਹੜੀ ਦਾੜੀ ਚਿੱਟੀ ਐਵੇਂ ਨਹੀਂ ਹੋਈ, ਧੁੱਪ ਨਾਲ ਨਹੀਂ ਚਿੱਟੀ ਹੋਈ। ਅਸੀਂ ਉਮਰ ਖਾ ਕੇ ਆਪਣੇ ਬੱਚੇ ਪਾਲ ਕੇ ਉਹਨਾਂ ਨੂੰ ਵੱਡੇ ਕਰਕੇ ਤਾਂ ਇਹ ਧੌਲੀਆਂ ਦਾੜੀਆਂ ਹੋਈਆਂ। ਸਾਨੂੰ ਪਤਾ ਹੈ ਜੋਸ਼ ਔਰ ਹੋਸ਼ ਦਾ ਸੁਮੇਲ ਹੋਣਾ ਚਾਹੀਦਾ ਹੈ, ਉਹਦੇ ਬਿਨਾਂ ਤੁਸੀਂ ਜਿੱਤ ਨਹੀਂ ਸਕਦੇ। ਔਰ ਇੱਥੇ ਅਸੀਂ ਕਰ ਦਿਖਾਇਆ। ਅੱਜ ਹੁਣ ਜਾ ਕੇ ਦੇਖੋ ਤੇ ਯੂਥ ਕਿੰਨੀ ਸੇਵਾ ਕਰਦਾ ਹੈ। ਯੂਥ ਕਦੇ ਕਿਧਰੇ ਵਲੰਟੀਅਰ ਬਣ ਕੇ ਡਿਊਟੀ ਨਿਭਾਉਂਦਾ ਹੈ, ਕਿਤੇ ਨਾਲੀਆਂ ਸਾਫ਼ ਕਰਦਾ ਹੈ, ਕਿਧਰੇ ਟ੍ਰੈਫਿਕ ਕੰਟਰੋਲ ਕਰਦਾ ਹੈ, ਕਿਧਰੇ ਸਟੇਜ ਕੰਟਰੋਲ ਕਰਦਾ ਹੈ। ਉਹ ਯੂਥ ਨਹੀਂ? 26 ਜੂਨ ਨੂੰ ਚੰਡੀਗੜ੍ਹ ਆਇਆ ਸੀ, ਉਹ ਵੀ ਤਾਂ ਯੂਥ ਸੀ। ਨਹੀਂ, 26 ਜੂਨ ਨੂੰ ਚੰਡੀਗੜ੍ਹ ਵੀ ਯੂਥ ਸੀ। ਯੂਥ ਸਾਰੇ ਦੇਸ਼ ਵਿੱਚ ਸਾਡੇ ਨਾਲ ਖੜਾ। ਇਹਦੇ 'ਚ ਸਾਨੂੰ ਤਾਂ ਕੋਈ ਭੁਲੇਖਾ ਨਹੀਂ। ਬਾਹਰੋਂ ਕੋਈ ਕੁਝ ਕਹੀ ਜਾਵੇ, ਉਹਦੇ ਕਹਿਣ ਨਾਲ ਕੋਈ ਅਸਰ ਵੀ ਨਹੀਂ ਹੁੰਦਾ। ਯੂਥ 'ਤੇ ਵੀ ਅਸਰ ਨਹੀਂ ਹੁੰਦਾ।
ਉਹ ਐਵੇਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਦਮਕਜੇ ਜੇ ਮਾਰੀ ਜਾਂਦੇ ਨੇ। ਉਹਨਾਂ ਨੂੰ ਵੀ ਪਤਾ ਵੀ ਇੱਥੋਂ ਰੌਲਾ ਪਾਇਆ ਸੀ ਜੀ ਅਸੀਂ ਯੂਥ ਨੂੰ ਲੈ ਕੇ ਆ ਰਹੇ, ਕਿੰਨੇ ਕੁ ਯੂਥ ਲੈ ਕੇ ਗਏ ਸੀ, ਉੱਤੇ ਆਟੇ 'ਚ ਲੂਣ ਵੀ ਨਹੀਂ ਸੀ। ਖੈਰ, ਪਰ ਅਸਲੀਅਤ ਇਹ ਹੈ ਵੀ ਯੂਥ ਸਾਡੇ ਨਾਲ ਸੀ, ਹੈ ਔਰ ਰਹੇਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਗੱਲਬਾਤ ਕਿਵੇਂ ਸ਼ੁਰੂ ਹੋਏਗੀ? ਟੇਬਲ ਟਾਕ ਦੀ ਕੋਈ ਗੱਲਬਾਤ ਲੱਗਦੀ, ਕਿਉਂਕਿ ਮਸਲਾ ਤਾਂ ਟੇਬਲ ਤੇ ਬੈਠ ਕੇ ਹੱਲ ਹੋਣਾ, ਕੋਈ ਗੱਲਬਾਤ ਚੱਲਦੀ ਪਈ ਹੈ ਜਾਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਗੱਲਬਾਤ ਹੋਊਗੀ? ਕਿਹੜੇ ਪਾਸੇ ਜਾ ਕੇ ਹੁਣ ਇਹ ਮੁੱਦੇ ਹੱਲ ਹੋਣਗੇ? ਦੇਖੋ, ਗੱਲਬਾਤ 'ਚ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਜ਼ਰੂਰੀ ਵੀ ਜਿਹੜੇ ਜੀ ਤੁਸੀਂ ਐਜੀਟੇਸ਼ਨ ਕੀਤੀ ਹੈ, ਤੁਸੀਂ ਪਹਿਲਾਂ ਆਪ ਕਲੀਅਰ ਹੋ ਉਹਦੇ ਤੇ ਮੁੱਦਿਆਂ ਦੇ ਉੱਤੇ ਠੀਕ ਸਿੱਧ ਕਰ ਸਕਦੇ ਹੋ। ਉਹ ਅਸੀਂ ਠੀਕ ਸਿੱਧ ਕਰ ਚੁੱਕੇ। ਫਿਰ ਇਹਨਾਂ ਨੇ ਰੌਲਾ ਪਾਇਆ, ਸਾਨੂੰ ਦੱਸਦੇ ਨਹੀਂ ਜੀ ਵੀ ਇਹਦੇ 'ਚ ਕੀ ਕਾਲਾ ਹੈ। ਫਿਰ ਉਹਨਾਂ ਨੇ ਕਿਹਾ ਜੀ ਕਲੌਜ਼ ਬਾਈ ਕਲੌਜ਼ ਬਹਿਸ ਨਹੀਂ ਕਰਦੇ। ਅਸਲੀਅਤ ਇਹ ਹੈ ਵੀ ਅਸੀਂ 11 ਮੀਟਿੰਗਾਂ ਵਿੱਚ 6-6 ਘੰਟੇ ਦੀਆਂ ਮੀਟਿੰਗਾਂ ਹੋਈਆਂ, ਕਲੌਜ਼ ਬਾਈ ਕਲੌਜ਼ ਬਹਿਸ ਕੀਤੀ। ਜੇ ਬਹਿਸ ਕੀਤੀ ਤਾਂ ਹੀ ਜਿਹੜੀਆਂ ਇਹ ਚੱਕੀ ਫਿਰਦੇ ਨੇ ਅੱਜ ਅਮੈਂਡਮੈਂਟਾਂ, ਉਹਦੇ ਵਿੱਚੋਂ ਬਹਿਸ 'ਚੋਂ ਨਿਕਲੀਆਂ ਨੇ ਜਿਹਨੂੰ ਅਮੈਂਡਮੈਂਟ ਕਹਿੰਦੇ ਨੇ। ਅਮੈਂਡਮੈਂਟ ਅਸੀਂ ਇਸ ਕਰਕੇ ਨਹੀਂ ਮੰਨਦੇ ਬਈ ਕਿਉਂਕਿ ਸਟੇਟ ਸਬਜੈਕਟ ਹੈ। ਜੇ ਅਮੈਂਡਮੈਂਟ ਮੰਨ ਲਈ ਤਾਂ ਫਿਰ ਇਹਨਾਂ ਦਾ ਸਟੇਟ ਵਿੱਚ ਐਂਟਰੀ ਇੱਕ ਤਰ੍ਹਾਂ ਦੀ ਪੱਕੀ ਹੋ ਗਈ। ਫਿਰ ਤਾਂ ਇਹ ਗਾਹਾਂ ਨੂੰ ਵੀ ਕੋਈ ਕਾਨੂੰਨ ਬਣਾਉਣਗੇ। ਇੱਕ ਲੰਬੀ ਲਾਈਨ ਸਾਨੂੰ ਖਰਚਾ ਐਸੇ ਕਾਨੂੰਨਾਂ ਦੀ ਪਈ ਹੈ ਜਿਹੜੀ ਇਹਨੇ ਕੰਧ ਬਣ ਕੇ ਇਸ ਮੋਰਚੇ ਨੇ ਰੋਕੀ ਹੋਈ ਹੈ। ਬਹੁਤ ਸਾਰੇ ਕਾਨੂੰਨ ਨੇ ਜਿਹੜੇ ਪਾਈਪਲਾਈਨਸ ਨੇ, ਉਹ ਇਹਦੀ ਵਜ੍ਹਾ ਕਰਕੇ ਉਹ ਲਾਗੂ ਕਰਨੇ ਉਹਨਾਂ ਨੂੰ ਔਖੇ ਲੱਗ ਰਹੇ ਨੇ। ਤਾਂ ਇਸ ਕਰਕੇ ਸਾਨੂੰ ਇਹਦੇ 'ਚ ਕੋਈ ਭੁਲੇਖਾ ਨਹੀਂ। ਅਸੀਂ ਇੱਕ ਗੱਲ ਕਲੀਅਰ ਕਰ ਚੁੱਕੇ, ਸਰਕਾਰ ਕੋਲ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ। ਮੇਜ਼ 'ਤੇ ਬੈਠ ਕੇ ਸਰਕਾਰ ਹਾਰ ਚੁੱਕੀ ਹੈ। ਅਸੀਂ ਪੂਰੀ ਆਪਣੀ ਤਾਕਤ ਨਾਲ ਮੋਰਚਾ ਜਿੱਤਿਆ ਹੋਇਆ। ਇਹ ਠੀਕ ਹੈ ਵੀ ਫੈਸਲਾ ਲੈਣ ਦਾ ਅਧਿਕਾਰ ਇਹਨਾਂ ਕੋਲ ਹੈ ਕਿਉਂਕਿ ਵੋਟਾਂ ਸਾਤੇ ਪੈ ਗਈਆਂ ਇਹਨਾਂ ਨੂੰ, ਵੋਟਾਂ ਨਾਲ ਸਰਕਾਰ ਬਣ ਗਈ ਸਾਡੇ ਕੋਲੋਂ, ਸਾਡੀ ਗਲਤੀ ਹੋ ਗਈ। ਸਾਨੂੰ ਇਹਨਾਂ ਦਾ ਅੰਦਰ ਨਹੀਂ ਸੀ ਪਤਾ, ਹੁਣ ਅਸੀਂ ਅੰਦਰੋਂ ਪੜ੍ਹ ਲਏ ਨੇ, ਅਗਲੀ ਵਾਰੀ ਬਣਨਗੇ ਫਿਰ ਪਤਾ ਲੱਗੂ। ਚਰਚਾ ਵੀ ਚੱਲਦੀ ਪਈ ਸੀ ਜਦੋਂ ਉਹਨਾਂ ਨੇ ਕਿਹਾ ਸੋਧ ਕਰ ਲਓ, ਕਹਿੰਦੇ ਉਹਦੀ ਜਿੱਤ ਹੋ ਗਈ ਸੀ ਕਿਸਾਨੀ ਮੋਰਚੇ ਦੀ, ਸੋਧ ਕਰਾ ਕੇ ਵਾਪਸ ਆ ਜਾਂਦੇ। ਇਸ ਤੋਂ ਵੱਡੀ ਜਿੱਤ ਕਿਹੜੀ ਸੀ? ਨਹੀਂ, ਸੋਧ ਕਰਾ ਕੇ ਵਾਪਸ ਆ ਜਾਂਦੇ, ਮੁੜ ਕੇ ਫਿਰ ਜੋ ਮਰਜ਼ੀ ਕਰੀ ਜਾਣ। ਇਹਦਾ ਮਤਲਬ ਅਸੀਂ ਮੰਨ ਲਿਆ ਨਾ ਉਹਨਾਂ ਦਾ ਵੀ ਤੁਹਾਡਾ ਜਿਹੜਾ ਸਟੇਟ ਸਬਜੈਕਟ ਉਹਦੇ ਵਿੱਚ ਦਾਖਲ ਤੁਹਾਡਾ ਠੀਕ ਹੈ ਜੀ, ਅਸੀਂ ਉਹਨੂੰ ਠੀਕ ਮੰਨ ਲਈਏ। ਫਿਰ ਜਿਹੜਾ ਉਹਨਾਂ ਦਾ ਅਧਿਕਾਰ ਹੀ ਨਹੀਂ, ਐਗਰੀਕਲਚਰ ਸਟੇਟ ਸਬਜੈਕਟ ਹੈ, ਮਾਰਕੀਟਿੰਗ ਸਟੇਟ ਸਬਜੈਕਟ ਹੈ, ਇਹਦੇ ਵਿੱਚ ਉਹ ਦਖਲ ਦੇ ਹੀ ਨਹੀਂ ਸਕਦੇ, ਸਟੇਟ ਲਿਸਟ ਦੇ ਵਿੱਚ ਲਿਖੇ ਹੋਇਆ। ਅਤੇ ਅਸੀਂ ਜੇ ਉਹਦੇ 'ਚ ਕਰ ਲਈਏ, ਸੋਧਾਂ ਕਰਵਾ ਲਈਏ, ਸਾਨੂੰ ਵਕਤੀ ਤੌਰ 'ਤੇ ਤਾਂ ਲੱਗੂਗਾ ਵੀ ਲਓ ਜੀ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਆ ਗਏ, ਪਰ ਲੰਬਾ ਸਮਾਂ ਪਾ ਕੇ ਉਹਨਾਂ ਨੂੰ ਇੱਕ ਰਾਹ ਖੋਲ੍ਹਤਾ ਸੀ ਵੀ ਜਦ ਮਰਜ਼ੀ ਤੁਹਾਡਾ ਜੀ ਕਰੇ ਹੁਣ ਤੁਸੀਂ ਸਟੇਟ ਸਬਜੈਕਟ ਦਖਲ ਦੇ ਸਕਦੇ ਹੋ। ਉਹ ਇਸ ਕਰਕੇ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਅਮੈਂਡਮੈਂਟਸ ਨਾਲ ਵੀ ਕੰਮ ਕਿਸੇ ਹੱਦ ਤੱਕ ਹੋ ਸਕਦਾ, ਪਰ ਪਰਮਾਨੈਂਟ ਹੱਲ ਨਹੀਂ ਹੈਗਾ ਉਹ। ਅਸੀਂ ਚਾਹੁੰਦੇ ਹਾਂ ਵੀ ਰੋਜ਼-ਰੋਜ਼ ਇਹੋ ਜਿਹੇ ਅੰਦੋਲਨ ਨਹੀਂ ਹੁੰਦੇ, ਨਾ ਇੰਨਾ ਇਕੱਠ, ਨਾ ਉਨੀ ਮਾਨਸਿਕਤਾ ਲੋਕਾਂ ਦੀ ਜੁੜਦੀ ਹੈ ਜਿਵੇਂ ਹੁਣ ਜੁੜੀ ਹੈ। ਹੁਣ ਤਾਂ ਘਰ ਘਰ ਸਾਡੇ ਨਾਲ ਜੁੜਿਆ ਹੋਇਆ। ਅਤੇ ਫਿਰ ਕੱਲ੍ਹ ਨੂੰ ਜਦੋਂ ਫਿਰ ਨਵੀਂ ਸ਼ਕਲ 'ਚ ਕੁਝ ਲੈ ਆਏ, ਅਸਲ ਵਿੱਚ ਸਰਕਾਰ ਕਾਰਪੋਰੇਟ ਦੇ ਕੋਲ ਖੇਤੀ ਨਹੀਂ, ਸਾਰੇ ਧੰਦੇ ਕਾਰਪੋਰੇਟਸ ਦੇ ਕੋਲ ਦੇਣਾ ਚਾਹੁੰਦੀ ਹੈ। ਵੇਚੀ ਜਾ ਰਹੀ ਹੈ ਤਰ੍ਹਾਂ ਰੇਲਵੇ ਵੇਚਤੀ, ਰੇਲਵੇ ਹਵਾਈ ਅੱਡੇ ਵੇਚਤੇ, ਕੋਲ ਸੈਕਟਰ ਅਡਾਨੀਆਂ ਦੇ ਕੋਲ, ਹੁਣ ਖੇਤੀ 'ਚ ਅਡਾਨੀ, ਅੰਬਾਨੀਆਂ ਕੋਲ ਕਮਿਊਨੀਕੇਸ਼ਨ, ਅੰਬਾਨੀਆਂ ਕੋਲ ਜਿਹੜਾ ਆਇਲ ਸੈਕਟਰ, ਅੰਬਾਨੀਆਂ ਕੋਲ ਡਿਫੈਂਸ ਸੈਕਟਰ, ਇਹ ਤਾਂ ਸਾਰਾ ਕੁਝ ਵੇਚੀ ਜਾ ਰਹੇ ਨੇ। ਅਤੇ ਇਹਦਾ ਮਤਲਬ ਇਹ ਹੈ ਵੀ ਇੱਥੇ ਵੱਡੇ ਵੱਡੇ ਮਾਲ, ਵੱਡੇ ਵੱਡੇ ਬਾਹਰਲਿਆਂ ਨੇ ਹਾਲੇ ਆਉਣਾ, ਇਹਨਾਂ ਦੇ ਵੀ ਜਿਹੜੇ ਧਨੰਤਰ ਨੇ ਉਹਨਾਂ ਨੇ ਆਉਣਾ ਹਾਲੇ। ਜੇ ਉਹ ਆ ਗਏ ਆ ਵਿੱਚੇ ਤੋਂ ਬਾਜ਼ਾਰ ਡੁੱਬ ਜਾਣਾ, ਬਾਜ਼ਾਰ ਨਹੀਂ ਲੱਭਣਾ। ਇਹ ਛੋਟੀਆਂ ਛੋਟੀਆਂ ਦੁਕਾਨਾਂ ਵਾਲੇ ਵੀ ਫਿਰ ਟਿਫਨ ਲੈ ਕੇ ਖੜਿਆ ਕਰਨਗੇ ਵੀ ਮੈਨੂੰ ਕਿਸੇ ਮਾਲ 'ਤੇ ਨੌਕਰੀ ਮਿਲਦੀ ਹੈ। ਔਰ ਜਿਹੜੇ ਸਾਡੇ ਭੁਲੇਖੇ 'ਚ ਸਾਡੇ ਵੀਰ ਬੈਠੇ ਨੇ, ਲੇਬਰ ਲਾਜ਼ ਐਸੇ ਬਣਾਤੇ, 8 ਘੰਟੇ ਦੀ ਬਜਾਏ 12 ਘੰਟੇ ਵਰਕਿੰਗ ਆਵਰਸ ਕਰਤੇ, ਤੁਸੀਂ ਕੋਰਟ 'ਚ ਜਾ ਹੀ ਨਹੀਂ ਸਕਦੇ, ਕੋਈ ਇਨਸਾਫ ਲੈ ਹੀ ਨਹੀਂ ਸਕਦੇ, ਤੁਹਾਡੇ ਅਧਿਕਾਰ ਹੀ ਕੋਈ ਨਹੀਂ ਰਹਿੰਦਾ। ਅਤੇ ਇਹ ਕੋਈ ਸੈਕਟਰ ਬਚੇਗਾ? ਐਸੈਂਸ਼ੀਅਲ ਕਮੋਡਿਟੀਜ਼ ਐਕਟ 'ਚ ਜਿਹੜੀ ਸੋਧ ਕੀਤੀ ਹੈ ਉਹਦੇ 'ਚ ਕੋਈ ਸਟਾਕ ਲਿਮਿਟ ਨਹੀਂ, ਕੋਈ ਉਹਨੂੰ ਚੈੱਕ ਕਰਨ ਵਾਲਾ ਨਹੀਂ, ਮਹਿੰਗਾਈ ਕਰਦਿਆ ਕਰਨਗੇ। ਹੁਣ ਕੀ ਹੋ ਰਿਹਾ ਜੀ, ਇੱਕ ਮਿਸਾਲ ਦਿੰਦਾ ਮੈਂ ਤੁਹਾਨੂੰ ਛੋਟੀ ਜਿਹੀ। ਜੰਮੂ ਕਸ਼ਮੀਰ ਦਾ ਸਾਰਾ ਸੇਬ ਅਡਾਨੀ ਨੇ ਖਰੀਦ ਲਿਆ, ਹਿਮਾਚਲ ਦਾ ਖਰੀਦ ਲਿਆ। ਉਹ ਉੱਥੋਂ ਕਿਸਾਨਾਂ ਨੂੰ 5 ਰੁਪਏ 'ਚ ਸੌਦਾ ਕੀਤਾ, ਫਿਰ ਜਦੋਂ ਮਨੋਪਲੀ ਹੋ ਗਈ ਉਹ ਕਿਸਾਨਾਂ ਨੂੰ ਵੀ 5 ਰੁਪਏ ਪੂਰੇ ਨਹੀਂ ਦਿੰਦੇ, ਕਹਿੰਦੇ ਇਹ ਤਾਂ ਖਰਾਬ ਹੈ, ਦਾਣਾ ਕੱਢ ਦਿਓ ਬਾਹਰ। ਫਿਰ ਉਹ ਕੁਆਲਿਟੀ ਦੇ ਨਾਂ 'ਤੇ ਕੱਢ ਦਿੰਦੇ ਨੇ। ਹੁਣ ਜੇ ਫਰਜ਼ ਕਰ ਲਓ ਦਿੱਲੀ ਨੂੰ 1000 ਕੁਇੰਟਲ ਦੀ ਰੋਜ਼ ਦੀ ਸੇਬ ਦੀ ਡਿਮਾਂਡ ਹੈ ਤਾਂ ਉਹ ਕਹਿੰਦੇ 500 ਹੀ ਭੇਜਣਾ। ਉਹਦੇ ਨਾਲ ਜਿਹੜਾ ਕੁਆਲਿਟੀ ਸੇਬ ਹੈ, ਜਿਹੜਾ ਡਿਲੀਸ਼ੀਅਸ, ਉਹ ਇੱਥੇ ਨਹੀਂ ਵਿਕਦਾ, ਹੁਣ ਉਹ ਐਕਸਪੋਰਟ ਹੁੰਦਾ ਔਰ ਇੱਥੇ ਸਾਨੂੰ ਖਾਣ ਨੂੰ ਨਹੀਂ ਮਿਲਦਾ। ਜਿਹੜੀਆਂ ਦੂਜੀ ਵਰਾਇਟੀਜ਼ ਇੱਥੇ ਆ ਕੇ ਵਿਕਦੀਆਂ ਉਹਨਾਂ ਦਾ 200-250 ਰੁਪਏ ਕਿਲੋ ਰੇਟ ਹੋ ਗਿਆ। ਕੀ ਹੋਇਆ ਜੀ, ਹੁਣ ਕੋਈ ਸੇਬ 'ਚ ਕੁਝ ਨਵੀਂ ਚੀਜ਼ ਪਾਤੀ। ਹਾਂ, ਇਸ ਕਰਕੇ ਵੀ ਅਡਾਨੀ ਨੇ ਉਹ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਜਦੋਂ ਕਾਰਪੋਰੇਟ ਹਾਊਸਿਸ ਆਉਂਦੇ ਨੇ ਉਹ ਆ ਕੇ ਪਹਿਲਾਂ ਆਪਣੇ ਕੰਪੀਟੀਟਰ ਨੂੰ ਮਾਰਦੇ ਨੇ,
ਜਿੱਦਣ ਕੰਪੀਟੀਟਰ ਮਰ ਗਿਆ ਉਦੋਂ ਤੇ ਘਾਟਾ ਪਾਉਂਦੇ ਨੇ, ਮਿੱਥ ਕੇ ਪਾਉਂਦੇ ਨੇ। ਜਿੱਦਣ ਕੰਪੀਟੀਟਰ ਮਰ ਗਿਆ ਫਿਰ ਉਹ ਆਪਣੇ ਗੱਜੀ ਨਾਪਦੇ ਨੇ। ਇਹ ਇਸੇ ਕੋਸ਼ਿਸ਼ ਨੇ ਵੀ ਸਾਰਾ ਕੁਝ, ਖੇਤੀ ਸੈਕਟਰ ਵੀ, ਜਿੰਨਾ ਕੁਝ ਇਸ ਦੇਸ਼ ਦਾ ਹੈ ਉਹ ਕਾਰਪੋਰੇਟਸ ਦੀ ਇੱਕ ਵਾਰੀ ਹੱਥ ਆ ਜਾਏ ਤਾਂ ਇੱਕ ਨਵੀਂ ਸ਼ੁਰੂਆਤ ਹੋ ਜਾਏਗੀ ਗੁਲਾਮੀ ਦੀ। ਈਸਟ ਇੰਡੀਆ ਕੰਪਨੀ ਵਾਂਗ ਈਸਟ ਇੰਡੀਆ ਕੰਪਨੀ ਵੀ ਵਪਾਰ ਲਈ ਆਈ ਸੀ, ਹੌਲੀ ਹੌਲੀ ਅਸੀਂ ਕਿੱਡੀ ਲੰਬਾ ਸਮਾਂ ਅਸੀਂ ਗੁਲਾਮ ਰਹੇ ਅੰਗਰੇਜ਼ਾਂ ਦੇ। ਇਸੇ ਤਰ੍ਹਾਂ ਇਹਨਾਂ ਕਾਨੂੰਨਾਂ ਨੇ ਕਾਰਪੋਰੇਟ ਹਾਊਸਿਸ ਨੂੰ ਖੁੱਲ੍ਹ ਦੇ ਦਿੱਤੀ ਵੀ ਜੋ ਮਰਜ਼ੀ ਲੁੱਟ ਕਰੋ, ਜਿੰਨਾ ਸਾਰੇ ਕਬਜ਼ਾ ਕਰੋ ਹਰੇਕ ਸੈਕਟਰ ਦੇ ਉੱਤੇ, ਤੇ ਲੋਕੀ ਇਹਨਾਂ ਦੀ ਰਿਆਇਆ ਬਣ ਕੇ ਰਹਿ ਜਾਣਗੇ। ਇਹਦੇ ਖਿਲਾਫ ਸਾਡੀ ਲੜਾਈ ਹੈ। ਮੈਂ ਇੱਕ ਆਖਰੀ ਕਮੈਂਟ ਚਾਹਾਂਗਾ, ਜਿਸ ਤਰੀਕੇ ਨਾਲ ਗੋਦੀ ਮੀਡੀਆ ਪ੍ਰਚਾਰ ਕਰਨ ਤੇ ਲੱਗਿਆ ਹੋਇਆ ਨਾਮ ਵੀ ਨਹੀਂ ਹੁੰਦਾ ਕਿਸੇ ਆਗੂ ਦਾ, ਫਿਰ ਵੀ ਸਟੇਟਮੈਂਟ ਚੱਲ ਜਾਂਦੀ ਹੈ, ਉਹਨਾਂ ਨੂੰ ਕੀ ਕਹੋਗੇ? ਗੋਦੀ ਮੀਡੀਆ ਨੂੰ ਖਾਸ ਕਰਕੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਕੁਝ ਮਿਆਰ ਨੇ ਸੋਸਾਇਟੀ ਨੇ ਤੈਅ ਕੀਤੇ ਹਰ ਖੇਤਰ ਲਈ, ਤੇ ਜਦੋਂ ਉਸ ਖੇਤਰ 'ਚ ਕੰਮ ਕਰਨ ਵਾਲੇ ਲੋਕ ਉਹ ਮਿਆਰਾਂ ਤੋਂ ਲਾਂਭੇ ਹੋ ਜਾਂਦੇ ਨੇ, ਛੱਡ ਦਿੰਦੇ ਆ, ਘਟੀਆ ਹਥਕੰਡਿਆਂ ਤੇ ਆ ਜਾਂਦੇ ਆ, ਤਾਂ ਮੈਂ ਸਮਝਦਾ ਉਹ ਨਹੀਂ ਡੁੱਬਦੇ ਇਕੱਲੇ। ਉਹਨਾਂ ਦਾ ਜਿਹੜਾ ਉਹ ਸਾਰਾ ਸੈਕਟਰ ਹੈ ਉਹਦੇ ਵਿੱਚ ਨਿਘਾਰ ਆ ਜਾਂਦਾ, ਔਰ ਹੌਲੀ ਹੌਲੀ ਉਹ ਸੈਕਟਰ ਵੀ ਡੁੱਬ ਜਾਂਦਾ ਹੈ। ਪਹਿਲਾਂ ਤਾਂ ਜਿਹੜੇ ਹੁਣ ਲੋਕਾਂ ਨੇ ਇਜਾਦ ਕੀਤਾ ਸ਼ਬਦ ਮੋਦੀ ਤੋਂ, ਗੋਦੀ ਮੀਡੀਆ ਲੋਕਾਂ ਨੇ ਇਜਾਦ ਕੀਤਾ। ਇਸ ਸੈਕਟਰ ਨੂੰ ਸਮਝਣਾ ਚਾਹੀਦਾ ਹੈ ਵੀ ਇੰਨੀ ਨਫ਼ਰਤ ਲੋਕਾਂ ਦੇ ਵਿੱਚ, ਇਹਨੂੰ ਹਰ ਚੈਨਲ ਨੂੰ ਦੇਖਣ ਵੇਲੇ ਪਹਿਲਾਂ ਦੇਖਦੇ ਨੇ ਇਹ ਮੋਦੀ ਦਾ ਤਾਂ ਨਹੀਂ, ਇਹ ਲੋਕਾਂ ਦੀ ਕੋਈ ਗੱਲ ਕਰਨ ਵਾਲਾ ਹੈ ਚੈਨਲ ਕਿ ਨਹੀਂ। ਇਹ ਇੱਦਾਂ ਲੋਕੀ ਹੁਣ ਘੋਖਣ ਲੱਗ ਪਏ। ਤਾਂ ਉਹ ਸਾਡਾ ਤਾਂ ਜਿਹੜਾ ਪ੍ਰਚਾਰ ਕਰਦੇ ਸਾਡੇ ਤਾਂ ਲੋਕਾਂ ਨੇ ਸਮਝ ਲਿਆ ਵੀ ਗੋਦੀ ਮੀਡੀਆ ਨੇ ਤਾਂ ਕੁਝ ਵੀ ਕਹਿਣਾ, ਉਹਦਾ ਉਹਨਾਂ 'ਤੇ ਕੋਈ ਅਸਰ ਨਹੀਂ, ਉਹ ਸੁਣਦੇ ਹੀ ਨਹੀਂ ਇਹਨਾਂ ਦੀ ਗੱਲ। ਹੁਣ ਇਹਨਾਂ ਨੂੰ ਆਪਣੀ ਅਕਲ ਹੋਣੀ ਚਾਹੀਦੀ ਹੈ ਵੀ ਤੁਹਾਡਾ ਫਿਊਚਰ ਖਤਰੇ 'ਚ ਪੈ ਜਾਣਾ। ਅੱਜ ਗੋਦੀ ਮੀਡੀਆ 'ਚ ਤੁਸੀਂ ਕਿਸੇ ਨੂੰ ਕੁਛ ਕਰ ਦੋਗੇ, ਕਿਸੇ ਕਿਸਾਨਾਂ ਦੇ ਖਿਲਾਫ ਬੋਲ ਕੇ, ਪਰ ਹੌਲੀ ਹੌਲੀ ਤੁਹਾਡਾ ਜਿਹੜਾ ਕਿੱਤਾ ਹੈ ਇਹ ਇੰਨਾ ਬਦਨਾਮ ਹੋ ਜਾਏਗਾ, ਨਫ਼ਰਤ ਦੀ ਹੱਦ ਤੱਕ ਲੋਕ ਚਲੇ ਜਾਣਗੇ। ਇਹ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਬਲਬੀਰ ਸਿੰਘ ਰਾਜੇਵਾਲ ਜੀ, ਜਿਹੜੇ ਕਹਿੰਦੇ ਨੇ ਕਿ ਮੋਰਚੇ ਵਿੱਚ ਕੀ ਪ੍ਰਾਪਤੀਆਂ ਨੇ ਉਹ ਵੀ ਸੁਣਿਆ। 200 ਕਿਸਾਨ ਜਾਂਦੇ ਸਨ, ਪਹਿਲੇ ਸੰਸਦ ਲੱਗਦੀ ਸੀ, ਉਹ ਵੀ ਪ੍ਰਾਪਤੀਆਂ ਸੁਣ ਲੀਆਂ ਕੀ ਨੇ। ਤੇ ਦੂਸਰੇ ਪਾਸੇ ਕਹਿਦੇ ਨੇ ਕਿ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਰੈਲੀ ਨਹੀਂ ਕਰ ਸਕਦੇ, ਵੀ ਚੈਲੰਜ ਕੀਤਾ। ਮੋਰਚਾ ਚਾਹੇ ਲੰਬਾ ਹੋ ਗਿਆ ਪਰ ਪ੍ਰਾਪਤੀਆਂ ਬਹੁਤ ਨੇ। ਲੋਕਾਂ ਦੇ ਵਿੱਚ ਇੱਕ ਆਵਾਜ਼ ਗਈ ਹੈ, ਕਿਸ ਤਰੀਕੇ ਨਾਲ ਲੋਕਾਂ ਨੂੰ, ਆਪਦੇ ਸਿਆਸੀ ਲੋਕਾਂ ਨੂੰ ਸਵਾਲ ਜਵਾਬ ਕਰਨੇ ਨੇ। ਵਿਰੋਧ ਤਾਂ ਹੋਇਆ ਸੀ ਬੀਜੇਪੀ ਦਾ ਵੀ, ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋਊਗਾ, ਪਰ ਸਾਰੀ ਸਿਆਸੀ ਪਾਰਟੀਆਂ ਦੇ ਲੋਕਾਂ ਨੇ ਹੀ ਵਿਰੋਧ ਸ਼ੁਰੂ ਕਰ ਦਿੱਤੇ ਨੇ ਵੀ ਸਾਨੂੰ ਜਵਾਬ ਦਿਓ, ਅਸੀਂ ਇੰਨੇ ਸਾਲ ਤੋਂ ਤੁਹਾਨੂੰ ਵੋਟ ਪਾ ਰਹੇ ਹਾਂ, ਸਾਨੂੰ ਦਿੱਤਾ ਕੀ ਹੈ? ਖੇਤੀ ਕਾਨੂੰਨ ਉੱਪਰ ਕਿਉਂ ਨਹੀਂ ਕੋਈ ਬੋਲਦਾ? ਜੇ ਕੋਈ ਵਿਅਕਤੀ ਹੁਣ ਜਿਹਨੇ ਬੋਲਣਾ ਸ਼ੁਰੂ ਕੀਤਾ ਉਸ ਨੂੰ ਵੀ ਸਵਾਲ ਹੋ ਰਹੇ ਨੇ, ਤੁਸੀਂ ਪਹਿਲਾਂ ਕਿੱਥੇ ਸੀ, ਪਹਿਲਾਂ ਕਿਉਂ ਨਹੀਂ ਬੋਲੇ? ਚਰਚਾ ਬਣੀ ਰਹੇਗੀ। ਕਿਸਾਨੀ ਮੋਰਚਾ ਵਾਪਸ ਆਉਣ ਵਾਲਾ ਨਹੀਂ ਹੈਗਾ। 3 ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣੇ ਨੇ। ਜਿਵੇਂ ਕਹਿੰਦੇ ਨੇ ਕਿ ਸਾਨੂੰ ਇੱਕੋ ਨਿਸ਼ਾਨਾ ਦਿਖਦਾ ਵੀ ਕਾਲੇ ਕਾਨੂੰਨ ਕਿਵੇਂ ਰੱਦ ਹੋਣਗੇ, ਉਸ ਤੋਂ ਬਾਅਦ ਹੀ ਗੱਲਾਂ ਨੇ ਵੀ ਪੋਲਿਟਿਕਸ ਦੀ ਕੋਈ ਗੱਲ ਕਰਨੀ, ਰਾਜਨੀਤੀ ਦੀ ਗੱਲ ਕਰਨੀ ਕਿ ਨਹੀਂ ਕਰਨੀ। ਉਹ ਜਿਹੜੇ ਸਿਆਸੀ ਜਿਹੜੇ ਕਿਸਾਨ ਆਗੂ ਨੇ ਵਿੱਚ ਉਹ ਵੀ ਕਦੇ ਨਾ ਕਦੇ ਸਿਆਸੀ ਪੱਖੋਂ ਗੱਲ ਕਰ ਦਿੰਦੇ ਨੇ, ਪਰ ਕਿਸਾਨੀ ਮੋਰਚੇ ਤੱਕ ਜਿੱਤਣ ਤੱਕ ਇਸ ਚੀਜ਼ ਨੂੰ ਦੇਖਣਾ ਚਾਹੀਦਾ ਵੀ ਉਸ ਤੋਂ ਬਾਅਦ ਕੀ ਹੋਊਗਾ। ਤਦ ਤੱਕ ਤਾਂ ਇੰਤਜ਼ਾਰ ਕਰਨਾ ਪੈਣਾ। ਪਰ ਲੋਕਾਂ ਦੇ ਵਿੱਚ, ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ, ਲੋਕਾਂ ਨੇ ਤੈਅ ਕਰਨਾ ਹੁੰਦਾ ਕਿਹਦੀ ਸਰਕਾਰ ਆਣੀ ਹੈ। ਪਰ ਸਵਾਲ ਜਵਾਬ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਨੇ, ਤੇ ਪੰਜਾਬ ਨੂੰ ਦੇਖ ਕੇ ਪੂਰੇ ਭਾਰਤ ਵਿੱਚ ਵੀ ਸਵਾਲ ਜਵਾਬ ਹੁਣ ਸਿਆਸੀ ਲੀਡਰਾਂ ਨੂੰ ਹੋਣੇ ਸ਼ੁਰੂ ਹੋ ਗਏ ਨੇ।